ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਇਹ ਅਸੀਂ ਲੜੀਵਾਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਹਿਸਟਰੀ ਦੇ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਆ ਕੇ ਸਾਨੂੰ ਇਸ ਦੇ ਵੱਖ-ਵੱਖ ਪਹਿਲੂ ਸਮਝਾਉਂਦੇ ਨੇ। ਹੁਣ ਤੱਕ ਕਾਫੀ ਲੰਬੇ ਚੈਪਟਰ ਸਨ ਜਿਹੜੇ ਖਤਮ ਹੋਏ ਨੇ, ਲੇਕਿਨ ਅੱਜ ਜਿਹੜੀ ਗੱਲਬਾਤ ਚੱਲੇਗੀ ਉਹ ਚੱਲੇਗੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਤੋਂ ਬਾਅਦ ਜਾਂ ਹਮਲਿਆਂ ਦੇ ਦੌਰਾਨ ਸਿੱਖਾਂ ਨੇ ਜਦੋਂ ਅਬਦਾਲੀ ਲੁੱਟ ਕੇ ਜਾਂਦਾ ਤੇ ਉਹਨੂੰ ਲੁੱਟ ਲੈਂਦੇ, ਫਿਰ ਉਹ ਗਰੀਲਾ ਯੁੱਧ ਕਰਦੇ ਅਤੇ ਜੰਗਲਾਂ 'ਚ ਜਾ ਲੁਕਦੇ। ਇਹਨਾਂ ਹਮਲਿਆਂ ਨੂੰ ਨਾਕਾਮ ਕਰਨ ਲਈ ਜਾਂ ਅਹਿਮਦ ਸ਼ਾਹ ਅਬਦਾਲੀ ਤੋਂ ਲੁੱਟ ਦਾ ਮਾਲ ਆਪ ਲੁੱਟ ਲੈਣਾ, ਇਸ ਕਰਕੇ ਫਿਰ ਆਹਿਸਤਾ ਆਹਿਸਤਾ ਅਹਿਮਦ ਸ਼ਾਹ ਅਬਦਾਲੀ ਆਉਣੋਂ ਹਟ ਗਿਆ। ਮਿਸਲਾਂ ਕਾਇਮ ਸਨ, ਸਿੱਖਾਂ ਦੀਆਂ ਮਿਸਲਾਂ 11+1 12 ਮਿਸਲਾਂ ਨੇ। ਬਾਅਦ ਦੇ ਵਿੱਚ ਫਿਰ ਕੀ ਰੰਗ ਬਟਾਇਆ, ਮਹਾਰਾਜਾ ਰਣਜੀਤ ਸਿੰਘ ਲਈ ਕਿਸ ਤਰੀਕੇ ਨਾਲ ਭੋਏ ਵੱਤਰ ਹੋਈ ਕਿ ਉਹ ਰਾਜ ਭਾਗ 'ਤੇ ਬੈਠ ਸਕਣ ਅਤੇ ਪੰਜਾਬ ਦਾ ਰਾਜ ਇੱਕ ਵੱਡਾ ਰਾਜ ਕਰਕੇ ਉਸ ਦੇ ਉੱਤੇ ਕਾਬੂ ਪਾ ਸਕਣ ਅਤੇ ਉਸ ਸਿੰਘਾਸਣ 'ਤੇ ਬੈਠ ਸਕਣ। ਇਸ ਦੇ ਬਾਰੇ ਅੱਜ ਗੱਲਬਾਤ ਚੱਲਣ ਵਾਲੀ ਹੈ। ਪ੍ਰੋਫੈਸਰ ਸਾਹਿਬ ਸਾਡੇ ਸਟੂਡੀਓਜ਼ ਦੇ ਵਿੱਚ ਨੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਇੱਕ ਜਿਹੜਾ ਆਪਣਾ ਪਰਪਸ ਸੀਗਾ ਇਹ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ, ਉਹ ਪਰਪਸ ਆਪਣਾ ਇਹ ਸੀਗਾ ਵੀ ਆਪਣੇ ਸੁਣਨ ਵਾਲਿਆਂ ਨੂੰ ਇਹ ਪੱਖ ਵੀ ਦਿਖਾ ਲਈਏ ਜਿਹੜਾ ਕਿ ਬਹੁਤੇ ਇਤਿਹਾਸਕਾਰ ਜਾਂ ਵਿਦਵਾਨ ਲੋਕਾਂ ਨੂੰ ਬਹੁਤ ਘੱਟ ਦੱਸਦੇ ਆ ਜਾਂ ਦੱਸਦੇ ਹੀ ਨਹੀਂ ਹੈ। ਉਹ ਇਹ ਕਹਿੰਦੇ ਆ ਜੀ ਕਿ ਧਾਰਮਿਕ ਲੜਾਈ ਸੀ, ਸਿੱਖਾਂ ਦੀ ਤਾਂ ਮੁਸਲਮਾਨਾਂ ਦੀ ਲੜਾਈ ਸੀਗੀ, ਉਹਦੇ ਵਿੱਚ ਜਾ ਕੇ ਮਗਰੋਂ ਮੁਸਲਮਾਨ ਹਾਰ ਗਏ, ਸਿੱਖ ਜਿਹੜੇ ਹੈਗੇ ਜਿੱਤ ਗਏ, ਇਹ ਲੜਾਈ ਸੀ। ਅਸੀਂ ਇਹਨਾਂ ਨੂੰ ਦੱਸਿਆ ਵੀ ਇਹ ਲੜਾਈ ਧਾਰਮਿਕ ਲੜਾਈ ਨਹੀਂ ਸੀ ਹੈ, ਇਹ ਜਾਨੀ ਮੁਸਲਮਾਨਾਂ ਨੂੰ ਸਿੱਖ ਬਣਾਉਣ ਦੀ ਲੜਾਈ ਨਹੀਂ ਸੀ ਹੈ, ਇਹ ਜਾਂ ਉਹਨਾਂ ਨੂੰ ਉਹਨਾਂ ਦੀ ਬਣਾਉਣ ਦੀ ਲੜਾਈ ਨਹੀਂ ਹੈ। ਪਿਛਲੀ ਵਾਰੀ ਤੁਸੀਂ ਦੱਸਿਆ ਸੀ ਬਈ ਇੱਕ ਹਿੰਦੂ ਮੰਦਰ ਨੂੰ ਹਿੰਦੂ ਮਰਹਟਿਆਂ ਨੇ ਲੁੱਟ ਲਿਆ ਔਰ ਇੱਕ ਮੁਸਲਮਾਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਜਾ ਕੇ ਫੜਿਆ ਗਿਆ। ਸੋ ਇਹ ਪੰਜਾਬ ਦੇ ਵਿੱਚ ਵੀ ਆ ਕਰਨਾਟਕਾ ਦੀ ਗੱਲ ਤੁਸੀਂ ਮੈਸੂਰ ਦੀ ਕੀਤੀ ਹੈ, ਟੀਪੂ ਸੁਲਤਾਨ ਵਾਲੀ, ਪਰ ਪੰਜਾਬ ਦੇ ਵਿੱਚ ਵੀ ਇਹ ਲੜਾਈ ਜਿਹੜੀ ਧਾਰਮਿਕ ਲੜਾਈ ਨਹੀਂ ਹੈ। ਹੁਣ ਮੈਂ ਕਲੀਅਰ ਕਰ ਦੇਵਾਂ ਜਾ ਕੇ ਵੀ ਸਿੱਖ ਮੁਸਲਾਂ ਨੂੰ ਇਸ ਕਰਕੇ ਦਬਾਇਆ ਨਹੀਂ ਸੀ ਜਾਂਦਾ ਵੀ ਉਹ ਮੁਸਲਮਾਨਾਂ ਨੂੰ ਸਿੱਖ ਬਣਾ ਰਹੇ ਸੀ, ਉਹਨਾਂ ਨੂੰ ਇਸ ਕਰਕੇ ਦਬਾਇਆ ਜਾਂਦਾ ਸੀ ਵੀ ਉਹ ਸਟੇਟ ਦੇ ਖਿਲਾਫ ਬਗਾਵਤ ਕਰਦੇ ਸੀਗੇ। ਕੀ ਇਹ ਗੱਲ ਸੱਚੀ ਹੈ ਵੀ ਮਿਸਲਾਂ ਦੇ ਵਿੱਚ ਕਈ ਮੁਸਲਮਾਨ ਵੀ ਬਿਲਕੁਲ ਸੀਗੇ ਜੀ, ਬਿਲਕੁਲ। ਜਿਹੜੇ ਲੜਦੇ ਸੀਗੇ ਮੁਸਲਮਾਨਾਂ ਦੇ ਜਵਾਨ ਮੁੰਡੇ ਵੀ ਉੱਠ ਕੇ, ਜਿਨ੍ਹਾਂ ਨੇ ਜ਼ਮੀਨਾਂ ਕਬਜ਼ੇ ਵਿੱਚ ਕੀਤੀਆਂ ਸੀ ਔਰ ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦਾ ਸੀ, ਜਿਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਬਾਹਰ ਲਿਆ ਕੇ ਲਿਜਾਂਦੇ ਸੀ, ਉਹ ਰਲਦੇ ਸੀ ਵਿੱਚ ਆ ਕੇ, ਨਾਲ ਰਲਦੇ ਸੀ। ਤੇ ਇਸੇ ਕਰਕੇ ਮੈਂ ਕਿਹਾ ਸੀਗਾ ਵੀ ਸਾਰੀ 6-7% ਜਿਹੜੀ ਪਾਪੂਲੇਸ਼ਨ ਆ ਉਹ ਲੀਡ ਕਰ ਰਹੀ ਹੈ 92-94% ਪਾਪੂਲੇਸ਼ਨ ਨੂੰ। ਕਿਉਂ? ਕਿ ਉਹ ਲੋਕਾਂ ਦਾ ਕਾਜ਼ ਲੜ ਰਹੇ ਸੀ, ਉਹ ਆਪਣਾ ਧਰਮ ਨਹੀਂ ਸੀ ਫੈਲਾਉਣ ਦੇ। ਸਿੱਖ ਮਿਸਲਾਂ ਨੇ ਆਪਣੇ ਟਾਈਮ ਦੇ ਵਿੱਚ ਇੱਕ ਬੰਦੇ ਨੂੰ ਵੀ ਜ਼ਬਰਦਸਤੀ ਧਰਮ ਨਹੀਂ ਉਹਦਾ ਚੇਂਜ ਕਰਵਾਇਆ ਵੀ ਤੂੰ ਸਿੱਖ ਬਣ ਜਾ ਕੇ। ਕੋਈ ਕਿਸੇ ਨੂੰ ਸਿੱਖ ਨਹੀਂ ਬਣਾਇਆ ਗਿਆ ਜ਼ਬਰਦਸਤੀ, ਜਿਹੜਾ ਜਾਂ ਆਪਣੇ ਆਪ ਕੋਈ ਬਣ ਗਿਆ ਹੋਊਗਾ ਤਾਂ ਜੁਦੀ ਗੱਲ ਹੈ। ਪਰ ਇਹ ਲੜਾਈ ਇਸ ਕਰਕੇ ਨਹੀਂ ਸੀ, ਸਿੱਖਾਂ ਨੂੰ ਵੀ ਇਸ ਕਰਕੇ ਨਹੀਂ ਸੀ ਦਵਾਇਆ ਜਾਂਦਾ। ਔਰ ਸਿੱਖ ਲੈਡ ਮਿਸਲਾਂ ਦੇ ਵਿੱਚ ਇਹ ਗੱਲ ਵੀ ਸੱਚੀ ਆ ਕਿ ਐਂਟਰੀ ਬੜੀ ਆਸਾਨ ਸੀ। ਜੇ ਤੁਹਾਡੇ ਕੋਲ ਘੋੜਾ ਤੇ ਤੁਹਾਡੇ ਕੋਲ ਵਰਸ਼ਾ, ਤੁਸੀਂ ਮੈਂਬਰ ਬਣ ਸਕਦੇ ਔਰ ਲੜ ਸਕਦੇ ਔਰ ਨਾਲ ਇਹ ਸ਼ਰਤ ਹੈ ਵੀ ਤੁਸੀਂ ਵੀ ਲੜਨ ਲਈ ਤਿਆਰ ਆ। ਹੁਣ ਇਹ ਜਿਹੜੀ ਲੜਾਈ ਸੀਗੀ, ਜਿੱਦਾਂ ਆਪਾਂ ਪਹਿਲਾਂ ਕਰਕੇ ਹੁਣ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਰ ਲਈ ਗੱਲ, ਇਹ ਜਿਹੜੀ ਲੜਾਈ ਆ ਜ਼ੁਲਮ ਦੇ ਖਿਲਾਫ ਸ਼ੁਰੂ ਹੁੰਦੀ ਆ, ਮਜ਼ਾਰਿਆਂ ਦੀ ਲੜਾਈ ਦੇ ਵਿੱਚ ਬਦਲ ਜਾਂਦੀ ਹੈ। ਜਿਸ ਵੇਲੇ ਜਾ ਕੇ ਇਹ ਜਿਹੜੇ ਮਜ਼ਾਰਿਆਂ ਨੂੰ ਜ਼ਮੀਨਾਂ ਦਿਵਾਉਣੀਆਂ, ਉੱਥੋਂ ਬਦਲਦੀ ਜੰਗ ਆਜ਼ਾਦੀ ਵਿੱਚ ਬਦਲ ਜਾਂਦੀ ਹੈ ਜੀ। ਹੁਣ 1748 ਦਾ ਜਿਹੜਾ ਸਰਬੱਤ ਖਾਲਸਾ ਹੋਇਆ, ਉਹਦੇ 'ਚ ਕਲੀਅਰ ਕੱਟ ਇਹ ਹੋ ਗਿਆ ਵੀ ਕੰਪਲੀਟ ਇੰਡੀਪੈਂਡੈਂਸ, ਵੀ ਹੁਣ ਰਾਜ ਸੱਤਾ ਕਾਇਮ ਕਰਨੀ ਹੈ। ਹੁਣ ਇਹ ਤਾਂ ਨਾ ਤਾਂ ਇਹ ਜ਼ੁਲਮ ਵਾਲੀ ਗੱਲ ਇੱਥੇ ਰਹਿ ਗਈ ਆ, ਤੇ ਨਾ ਹੁਣ ਰਹਿ ਗਈ ਆ ਕਿ ਮਜ਼ਾਰਿਆਂ ਦੀ ਗੱਲ, ਹੁਣ ਤਾਂ ਆਜ਼ਾਦੀ ਲੈਣੀ। ਸੋ ਇਹ ਜੰਗੇ ਆਜ਼ਾਦੀ ਸੀ ਪੰਜਾਬ ਦੀ, ਜਿਹਦੀ ਆਪਾਂ ਗੱਲ ਕਰ ਰਹੇ ਹਾਂ। ਇਹ ਬਹੁਤ ਘੱਟ ਗੱਲ ਕਰਦੇ ਆ ਜਾ ਕੇ, ਇਤਿਹਾਸਕਾਰ ਵੀ ਘੱਟ ਕਰ, ਆਈ ਡੋਂਟ ਨੋ ਉਹਨਾਂ ਦਾ ਰੀਜ਼ਨ ਕੀ ਆ। ਬਸ ਜੀ ਮੁਸਲਮਾਨ ਸਿੱਖ ਲੜਦੇ ਆ, ਇਹਨੂੰ ਬਣਾਈ ਜਾਂਦੇ ਆ। ਹਾਲਾਂਕਿ ਆਪਾਂ ਇਹਨਾਂ ਪ੍ਰੋਗਰਾਮਾਂ 'ਚ ਦੱਸ ਦਿੰਦੇ ਆ ਵੀ ਉਹ ਜਿਹੜੇ ਸੁਬੇਗ ਸਿੰਘ ਵਰਗੇ ਜਿਹੜੇ ਬੰਦੇ ਸੀਗੇ, ਉਹ ਲਾਹੌਰ ਦੇ ਕੋਤਵਾਲ ਲਾਇਓ ਸੀਗੇ, ਜ਼ਕਰੀਆ ਖਾਂ ਹੋਣੀ ਭੇਜਦੇ ਸੀ। ਇਹ ਸੀਗੀ ਗੱਲ। ਖੈਰ ਐਨੀਵੇ, ਇਹ ਤਾਂ ਦੂਜੀ ਗੱਲ ਹੋ ਗਈ। ਹੁਣ ਆਪਾਂ ਇੱਥੇ ਆਉਂਦੇ ਹਾਂ ਵੀ ਇਹਦੀ ਨੇਚਰ ਤਾਂ ਇਹੀ ਸੀਗੀ ਵੀ ਇਹ ਜੰਗੇ ਆਜ਼ਾਦੀ ਸੀਗੀ। ਇਹ ਜਿਹੜੀ ਸੀਗੀ ਪੰਜਾਬ ਦੀ ਆਜ਼ਾਦੀ ਦੇ ਲਈ ਲੜਾਈ ਹੋ ਰਹੀ ਸੀ, ਜਿਹਦੇ ਵਿੱਚ ਪੰਜਾਬ ਦੀਆਂ ਤਿੰਨੇ ਹੀ ਕਮਿਊਨਿਟੀਆਂ ਰਲ ਕੇ ਲੜ ਰਹੀਆਂ ਸੀਗੀਆਂ, ਜਿਹਦੀ ਲੀਡਰਸ਼ਿਪ ਸਿੱਖ ਮਿਸਲਾਂ ਦੇ ਹੱਥ ਵਿੱਚ ਸੀਗੀ। ਪਰ ਇਹ ਜਿਹੜੀ ਆਜ਼ਾਦੀ ਦੀ ਜੰਗ ਸੀ, ਇਹ ਵਿਰੁੱਧ ਤਾਂ ਮੁਗਲਾਂ ਦੇ ਹੀ ਸੀ ਉਸ ਵੇਲੇ। ਥਿੰਦ ਸਾਹਿਬ, ਇਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਸੀ। ਇਹ ਹੁਣ ਆਪਾਂ ਜਿੱਦਾਂ ਇਹਦੇ ਕੀਤਾ, ਇਹ
ਜਿਹੜੇ ਮੁਗਲਾਂ ਦੇ ਵਿਰੁੱਧ ਵੀ ਸੀਗੀ ਜਾ ਕੇ, ਇਹ ਫਿਰ ਅਫਗਾਨਾਂ ਦੇ ਵਿਰੁੱਧ ਵੀ ਸੀਗੀ ਜਾ ਕੇ, ਇਹ ਮਰਾਠਿਆਂ ਦੇ ਵਿਰੁੱਧ ਵੀ ਸੀਗੀ। ਮੈਂ ਤੁਹਾਨੂੰ ਦੱਸਦਾ ਗੱਲ ਜਾ ਕੇ, ਇਹ ਹੁਣ ਪੰਜਾਬ ਦੇ ਵਿੱਚ ਉਸ ਵੇਲੇ 4 ਸ਼ਕਤੀਆਂ ਸੀਗੀਆਂ ਜਿਹੜੀਆਂ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੇ ਲਈ ਜੇ ਕਿ ਜ਼ੋਰ ਲਾ ਰਹੀਆਂ ਸੀ। ਨੰਬਰ 1 ਤਾਂ ਮੁਗਲ ਸੇ ਜਿਹੜੇ ਸੀਗੇ ਰਾਜ ਕਰਦੇ ਪਹਿਲਾਂ ਸੀਗੇ ਜੇ ਕਿ, ਨੰਬਰ 2 ਤੇ ਅਫਗਾਨ ਸੀਗੇ ਜਿਹੜੇ ਆਉਂਦੇ ਆ ਉੱਥੇ, ਅਹਿਮਦ ਸ਼ਾਹ ਅਬਦਾਲੀ ਵਾਲਾ ਗਰੁੱਪ ਜਿਹੜਾ ਸੀਗਾ ਉਹ ਆ ਕੇ ਹਮਲਾ ਕਰਦਾ ਸੀਗਾ। ਤੀਜੇ ਮਰਾਠੇ ਸੀ ਜਿਹਨਾਂ ਦੀ ਗੱਲ ਬਹੁਤ ਘੱਟ ਕਰਦੇ ਆ। ਹੁਣ ਮੈਂ ਤੁਹਾਨੂੰ ਦੱਸਦਾ ਸਾਹਿਬ, ਮਰਾਠਿਆਂ ਦੀ ਇੰਨੀ ਪਾਵਰ ਵੱਧ ਗਈ ਸੀਗੀ ਜਾ ਕੇ ਉਦੋਂ 18ਵੀਂ ਸਦੀ ਵਿੱਚ, ਵੀ ਦਿੱਲੀ ਦਾ ਬਾਦਸ਼ਾਹ ਉਹਨਾਂ ਦੀ ਮਰਜ਼ੀ ਨਾਲ ਲੱਗਦਾ ਸੀ। ਉਹਨਾਂ ਦਿੱਲੀ ਦਾ ਬਾਦਸ਼ਾਹ ਜਿਹੜਾ ਹੈਗਾ ਉਹਨਾਂ ਦੀ ਈਣ ਭਰਦਾ ਸੀ, ਉਹ ਜੋ ਕਹਿੰਦੇ ਸੀ ਉੱਦਾਂ ਕਰਦੇ ਸੀ, ਜਿਹਨੂੰ ਉਹ ਸਪੋਰਟ ਦਿੰਦੇ ਸੀ ਉੱਥੋਂ ਤੁਰ ਕੇ ਆ ਕੇ ਮਰਾਠਿਆਂ ਨੇ ਪੰਜਾਬ ਦੇ ਵਿੱਚ ਆ ਕੇ ਇੰਨਾ ਦਖਲ ਕੀਤਾ ਵੀ ਪੰਜਾਬ ਦੇ ਵਿੱਚ ਉਹਨੇ ਆਪਣਾ ਗਵਰਨਰ ਬਣਾਇਆ ਲਿਆ ਕੇ। ਤੁਸੀਂ ਯਾਦ ਹੋਣੀ ਅਦੀਨਾ ਬੇਗ ਨੂੰ ਨਹੀਂ ਬਣਾਇਆ ਸੀਗਾ ਜਾ ਕੇ, ਮਰਾਠਿਆਂ ਨੇ ਪੰਜਾਬ ਦੇ ਵਿੱਚ ਆਪਣਾ ਗਵਰਨਰ ਬਣਾ ਲਿਆ ਸੀਗਾ। ਨਾ ਅਬਦਾਲੀ ਦਾ ਗਵਰਨਰ ਵੀ ਕੱਢ ਦਿੱਤਾ, ਮੁਗਲਾਂ ਦੇ ਵੀ ਕੱਢ ਦਿੱਤੇ, ਬਾਕੀ ਸਿੱਖਾਂ ਦਾ ਵੀ ਤਾਂ ਉਸ ਵੇਲੇ ਹੈ ਨਾ ਸੀ ਰੋਲ ਜਾ ਕੇ। ਸੋ ਅਦੀਨਾ ਬੇਗ ਨੇ ਆਪਣਾ ਗਵਰਨਰ ਬਣਾਇਆ। ਇਹ ਤੋਂ ਅੱਗੇ ਹੋਰ ਆ ਜਾਓ, 1758 ਦੇ ਵਿੱਚ, ਮੇਰਾ ਖਿਆਲ ਮਈ ਦੇ ਮਹੀਨੇ ਦੀ ਗੱਲ ਹੈ ਜੀ, ਮੈਨੂੰ ਡੇਟ ਵੀ ਯਾਦ ਹੈ, ਪਸ਼ਾਵਰ ਦੇ ਵਿੱਚ ਮਰਾਠੇ ਲੜੇ ਅਫਗਾਨਾਂ ਦੇ ਨਾਲ, ਪਸ਼ਾਵਰ 'ਚ ਜਾ ਕੇ, ਔਰ ਉਹਨੇ ਹਰਾਏ ਪਸ਼ਾਵਰ ਦੇ ਵਿੱਚ ਮਰਾਠੇ। ਸੋ ਮਰਾਠਾ ਇਨਫਲੂਐਂਸ ਇੰਨਾ ਵੱਧ ਗਿਆ ਸੀਗਾ। ਸੋ 3 ਪਾਵਰਾਂ ਹੋ ਗਈਆਂ ਜੀ, ਚੌਥੀ ਪਾਵਰ ਮਿਸਲਾਂ ਦੀ ਪਾਵਰ ਸੀ। ਹੁਣ ਇਹਨਾਂ 4 ਪਾਵਰਾਂ ਦੇ ਵਿੱਚੋਂ ਪਾਵਰ ਮਗਰੋਂ ਲੈ ਕੇ ਮਿਸਲ ਕੱਢ ਕੇ ਪੰਜਾਬ ਦੇ ਉੱਤੇ ਲਿਬਰੇਟ ਕਰਾਇਆ ਮਿਸਲਾਂ ਨੇ। ਉਹਨੀ ਪੰਜਾਬ ਦੇ ਉੱਤੇ ਕਬਜ਼ਾ ਕਰ ਲਓ, ਜਾ ਕੇ ਲਓ ਪੰਜਾਬ ਨੂੰ ਲਿਬਰੇਟ, ਜਿਹਦੀ ਲੀਡਰਸ਼ਿਪ ਸਿੱਖਾਂ ਦੇ ਕੋਲੇ ਸੀ, ਜਿਹਦੀ ਲੀਡਰਸ਼ਿਪ 100% ਸਿੱਖਾਂ ਦੇ ਕੋਲ। ਔਰ ਦੂਜੇ ਪਾਸੇ ਜਿਹੜੇ ਬਾਕੀ ਇਤਿਹਾਸਕਾਰ ਨੇ ਜਿਹਨਾਂ ਨੂੰ ਤੁਸੀਂ ਕੰਡੈਮ ਜਿਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਗਲਤ ਗੱਲ ਦੱਸ ਰਹੇ ਨੇ, ਜੇ ਮੁਗਲ ਸੀ ਇੱਕ ਸ਼ਕਤੀ, ਇੱਕ ਜਿਹੜੀ ਪਾਵਰ ਗਰੁੱਪ ਸੀ ਉਹ ਮੁਗਲ ਸੀ, ਦੂਜਾ ਸੀ ਅਫਗਾਨਿਸਤਾਨ ਦਾ ਸੀ, ਦੋਨੇ ਹੀ ਮੁਸਲਮਾਨ ਗਰੁੱਪ ਨਾ। ਥੈਨ ਸਾਹਿਬ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ। ਨਹੀਂ, ਠੀਕ ਹੈ, ਉਹਨਾਂ ਦੇ ਜਿਹੜੇ ਬਾਦਸ਼ਾਹ ਸੀਗੇ ਉਹਨਾਂ ਦਾ ਮਜ਼ਹਬ ਮੁਸਲਮਾਨ ਸੀ, ਉਹਨਾਂ ਦਾ ਮਰਾਠੇ ਜਿਹੜੇ ਸੀਗੇ ਉਹਨਾਂ ਦਾ ਮਜ਼ਹਬ ਹਿੰਦੂ ਸੀ, ਠੀਕ ਹੈ ਨਾ। ਸਿੱਖ ਲੀਡਰਸ਼ਿਪ ਦਾ ਮਜ਼ਹਬ ਸਿੱਖ ਸੀਗਾ ਸੀ, ਪਰ ਇਹ ਲੜਾਈਆਂ ਇੱਦਾਂ ਦਾ ਸੀ ਹੈ ਜਾ ਕੇ, ਇਹ ਲੜਾਈਆਂ ਮਜ਼ਹਬ ਨਹੀਂ ਸੀ, ਪਰ ਲੀਡਰਸ਼ਿਪ ਇੱਦਾਂ ਸੀ। ਹੁਣ ਅਸੀਂ ਆਉਂਦੇ ਹਾਂ ਅਹਿਮਦ ਸ਼ਾਹ ਅਬਦਾਲੀ ਤੇ। ਥੈਨ ਸਾਹਿਬ, ਅਹਿਮਦ ਸ਼ਾਹ ਅਬਦਾਲੀ ਜਿਹੜਾ ਆਪਾਂ ਕਹਿ ਸਕਦੇ ਹਾਂ ਅਫਗਾਨਿਸਤਾਨ ਦਾ ਜਨਮਦਾਤਾ, ਜਿਹਨੇ ਅਫਗਾਨਿਸਤਾਨ ਨੂੰ ਵਜੂਦ ਦੇ ਵਿੱਚ ਲਿਆਂਦਾ 1747 ਦੇ ਵਿੱਚ, ਬਿਲਕੁਲ, ਔਰ ਏਸ਼ੀਆ ਦਾ ਵਨ ਆਫ ਦੀ ਬੈਸਟ ਜਨਰਲ ਜਿਹੜਾ ਸੀ, ਜਿਹੜਾ ਤਰਥੱਲੀਆਂ ਪਾਉਂਦਾ ਸੀ ਤੇ। ਥੈਨ ਸਾਹਿਬ, ਜਦੋਂ ਆਪਣੇ ਅਹਿਮਦ ਸ਼ਾਹ ਅਬਦਾਲੀ ਦਾ ਜੰਗਜੂਆਂ ਦਾ ਲਸ਼ਕਰ ਜਿਹੜਾ ਸੀ ਕਾਬਲ ਤੋਂ ਤੁਰਦਾ ਸੀਗਾ, ਤਾਂ ਉਸ ਵੇਲੇ ਪਸ਼ਾਵਰ ਕਿਆ, ਲਾਹੌਰ ਕਿਆ, ਦਿੱਲੀ ਕਿਆ, ਦੱਖਣ ਤੱਕ ਭੱਜਣਾ ਪੈ ਜਾਂਦੀਆਂ ਸੀ ਜਾ ਕੇ। ਅੱਛਾ, ਅਬਦਾਲੀ ਤੁਰ ਪਿਆ ਉੱਥੋਂ, ਜ਼ਿਆਦਾ ਪਤਾ ਲੱਗਦਾ ਸੀ ਵੀ ਅਬਦਾਲੀ ਤੁਰ ਪਿਆ, ਸਾਰੇ ਭੱਜਣਾ ਪੈ ਜਾਂਦੇ ਸੀ। ਇੰਨਾ ਉਸ ਦਾ ਟੈਰਰ ਸੀ, ਦਹਿਸ਼ਤ ਇੰਨੀ ਸੀ ਅਬਦਾਲੀ ਦੀ ਵੀ ਅਬਦਾਲੀ ਦੇ ਸਾਹਮਣੇ ਸਾਰੇ ਛੱਡ ਜਾਂਦੇ ਸੀ। ਬਹੁਤੇ ਤਾਂ ਉੱਦਾਂ ਹੀ ਕਹਿੰਦੇ ਲੜਦੇ ਹੀ ਨਹੀਂ ਸੀ, ਉੱਦਾਂ ਹੀ ਨਾਲ ਰਲਦੇ ਜਾਂਦੇ ਸੀਗੇ। ਔਰ ਆਪਣੇ ਜਿਹੜੇ ਸਿੱਖ ਮਿਸਲਾਂ ਸੀ ਇਹ ਵੀ ਆਪਣਿਆਂ ਨੂੰ ਲੈ ਕੇ ਜੰਗਲਾਂ 'ਚ ਦੌੜ ਜਾਂਦੇ ਹੁੰਦੇ ਸੀ। ਜੰਗਲਾਂ 'ਚ ਆਪਣੇ ਸਾਰੇ ਸੋਲਜਰ ਜਿੰਨੇ ਸੀ ਉਹਨਾਂ ਨੂੰ ਲੈ ਕੇ ਜੰਗਲਾਂ 'ਚ ਚੱਲ ਜਾਣਾ। ਵੀ ਅਹਿਮਦ ਸ਼ਾਹ ਅਬਦਾਲੀ ਆ ਗਿਆ, ਅਹਿਮਦ ਸ਼ਾਹ ਅਬਦਾਲੀ ਆ ਗਿਆ, ਕੀ ਉਹਨੂੰ ਕਹਿੰਦੇ ਹੁੰਦੇ, ਖਾਧਾ ਪੀਤਾ ਲਾਏ ਦਾ। ਇੱਕ ਇਤਿਹਾਸਕਾਰ ਨੇ ਵੀ ਲਿਖਿਆ, ਕਹਿੰਦਾ ਜਿਵੇਂ ਹੜ੍ਹ ਦੇ ਪਾਣੀ ਅੱਗੇ ਘਾਹ ਫੂਸ ਉੱਡਦੇ ਜਾਂਦੇ ਸੀ, ਜਿਸ ਵੇਲੇ ਤੁਰ ਪਿਆ ਸੀ ਉਹਨੂੰ ਪਤਾ ਸੀ ਵੀ ਨਹੀਂ ਇਹਨੂੰ ਖੜਨਾ ਕਿਸੇ ਨੇ ਨਹੀਂ। ਸੋ ਐਡਾ ਵੱਡਾ ਜਨਰਲ ਜਿਹੜਾ ਸੀ, ਐਡੀ ਜਿਹੜੀ ਦਹਿਸ਼ਤ ਸੀਗੀ ਜਾ ਕੇ, ਉਹ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦੇ ਹੱਥੋਂ ਕਿੱਦਾਂ ਹਾਰ ਗਿਆ ਜਾ ਕੇ, ਠੀਕ ਹੈ ਜੀ। ਉਹਦੇ ਹਾਰਨ ਦੇ ਕਾਰਨ ਆਪਾਂ ਵੀ ਇਹ ਵੀ ਦੇਖਣੇ ਆ ਜੀ, ਹਾਰਨ ਦੇ ਕਾਰਨ। ਪਹਿਲਾਂ ਤਾਂ ਕੁਛ ਕਾਰਨ ਮੈਂ ਤੁਹਾਨੂੰ ਦੱਸਦਾ, ਇਤਿਹਾਸ ਦੇ ਵਿੱਚ ਇਤਿਹਾਸ ਕਈ ਵਾਰ ਹੋਰ ਤਰ੍ਹਾਂ ਚੱਲਦਾ, ਉੱਦਾਂ ਮੈਂ ਤੁਹਾਨੂੰ ਦੱਸਦਾ ਸਭ ਤੋਂ ਵੱਡਾ ਜਿਹੜਾ ਕਾਰਨ ਇੱਕ ਸੀਗਾ ਨਾ ਜੀ, ਉਹ ਸੀਗਾ ਵੀ ਅਬਦਾਲੀ ਇੰਟਰਸਟਿਡ ਹੀ ਨਹੀਂ ਹੈ ਇੰਡੀਆ 'ਤੇ ਰਾਜ ਕਰਨ। ਅੱਛਾ ਜੀ, ਉਹ ਲੁੱਟਮਾਰ 'ਚ ਇੰਟਰਸਟਿਡ ਸੀ, ਉਹਦਾ ਮਾਲ ਸੀ ਵੀ ਇੱਥੋਂ ਲੁੱਟ ਲਓ, ਪੈਸੇ ਪੂਸੇ ਲੈ ਜਾਓ, ਪੈਸੇ ਪੂਸੇ। ਉਹਦਾ ਮੇਨ ਇੰਟਰਸਟ ਜਿਹੜਾ ਉਹ ਸੀਗਾ ਹੀ ਕਾਬਲ। ਉਹ ਇੱਦਾਂ ਬਾਬਰ ਵਾਂਗ ਛੱਡ ਕੇ ਇੱਥੇ ਰਾਜ ਨਹੀਂ ਸੀ ਕਰਨਾ ਚਾਹੁੰਦਾ, ਉਹ ਮਹਿਮੂਦ ਗਜ਼ਨੀ ਵਾਂਗ ਲੁੱਟ ਕੇ ਹੀ ਜਾਣਾ ਚਾਹੁੰਦਾ ਹੁੰਦਾ ਜਾ ਕੇ, ਵੀ ਜਿੰਨਾ ਇੱਥੋਂ ਲੁੱਟ ਕੇ ਲੈ ਜਾਓ, ਬਾਕੀ ਠੀਕ ਹੈ, ਆਪਣਾ ਗਵਰਨਰ ਬਣਾ ਦਿਓ, ਪਰ ਕਾਬਲ ਨੂੰ ਠੀਕ ਰੱਖੋ। ਸੋ ਇੱਕ ਤਾਂ ਬੜਾ ਇੰਟਰਸਟ ਸੀ ਵੀ ਉਹਦਾ ਇੰਟਰਸਟ ਨਹੀਂ ਸੀ ਇਹਦੇ ਵਿੱਚ। ਦੂਜਾ ਕਾਰਨ ਇਹ ਸੀ ਵੀ ਉਹ ਕਾਬਲ ਪੀਸਫੁਲ ਨਹੀਂ ਸੀ ਰਹਿੰਦਾ ਜਦੋਂ ਛੱਡਦਾ ਸੀਗਾ। ਇਹ ਪਠਾਣਾਂ ਦੇ ਵਿੱਚ ਰੌਲਾ ਬਹੁਤ ਪੈਂਦਾ ਸੀ, ਮਗਰੋਂ ਉਹਦੇ ਜਿਹੜੇ ਵਿਦਰੋਹ ਹੋਣ ਲੱਗ ਪੈਂਦੇ ਸੀਗੇ, ਬਗਾਵਤਾਂ ਹੋਣ ਲੱਗ ਪੈਂਦੀ ਸੀ। ਹੋਰ ਕਈ ਉਹਦੇ ਹਮਲਿਆਂ ਵਿੱਚ ਤੁਹਾਨੂੰ ਯਾਦ ਹੋਣਾ, ਉਹ ਵਿੱਚੇ ਛੱਡ ਕੇ ਦੌੜਦਾ ਹੁੰਦਾ ਸੀ, ਵਾਪਸ ਆਉਂਦਾ ਸੀ ਜਾ ਕੇ, ਕਿਉਂਕਿ ਉਹਨੂੰ ਪਿੱਛੇ ਰੌਲਾ ਪਿਆ। ਹੁਣ ਉਹਨੂੰ ਇਹ ਪਤਾ ਸੀ ਵੀ ਜੇ ਕਾਬਲ ਮੇਰੇ ਹੱਥੋਂ ਚਲੇ ਗਿਆ ਤਾਂ ਫਿਰ ਮੇਰੇ ਹੱਥੋਂ ਸਭ ਕੁਛ ਚਲੇਗਾ। ਉਹਦਾ ਇੰਟਰਸਟ ਇਹ ਸੀ, ਕਿਉਂਕਿ ਉਹ ਮੁਲਕ ਆਪ ਪੈਦਾ ਕੀਤਾ ਸੀ, ਹੁਣ ਉਹ ਮੁਲਕ ਬਣਾਇਆ ਸੀ, ਜਨਮਦਾਤਾ ਸੀ ਉਹ ਅਫਗਾਨਿਸਤਾਨ ਦਾ। ਇਸ ਕਰਕੇ ਮੇਨ ਚੀਜ਼ ਉਹਦੀ ਸੀ ਅਫਗਾਨਿਸਤਾਨ 'ਤੇ ਰੂਲ ਕਰਨਾ, ਹਿੰਦੁਸਤਾਨ 'ਤੇ ਰੂਲ ਕਰਨਾ ਉਹਦਾ ਇੰਟਰਸਟ ਹੈ ਨਾ ਸੀ। ਇਹ 2 ਬੜੇ ਕਾਰਨ ਤਾਂ ਇਹ ਸੀ। ਤੀਜਾ ਕਾਰਨ ਇਹ ਸੀਗਾ ਜਾ ਕੇ ਵੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀਗਾ, ਉਹ ਗਰੀਲਾ ਵਾਰਫੇਅਰ ਲਈ ਯੂਜ਼ ਟੂ ਨਹੀਂ ਸੀ। ਉਹ ਜਿਹੜਾ ਸੀ ਸਿੱਧੀ ਬੈਟਲ ਲੜਨ ਲਈ ਯੂਜ਼ ਟੂ ਸੀ, ਸਾਹਮਣੇ
ਆਮਣੋ ਸਾਹਮਣੇ ਉਹਦੇ ਸਾਹਮਣੇ ਕੋਈ ਨਹੀਂ ਸੀ ਖੜਦਾ। ਇਹਦੇ ਕੋਈ ਖੜਿਆ ਵੀ ਨਹੀਂ ਹੈ, ਜਿੰਨੇ ਉਹਨੇ ਹਮਲੇ ਕੀਤੇ ਆਮਣੋ ਸਾਹਮਣੇ ਨਹੀਂ ਕੋਈ ਵੀ ਖੜਿਆ ਉਹਦੇ ਸਾਹਮਣੇ। ਇੱਕ ਜਿਹੜੀ ਪਹਿਲੀ ਲੜਾਈ ਹੈ, ਪਹਿਲੀ ਲੜਾਈ ਦੇ ਵਿੱਚ ਜਦੋਂ ਉਹਦਾ ਬਰੂਦ ਫਟ ਗਿਆ ਉਸ ਵੇਲੇ ਉਹਨੂੰ ਦੌੜਨਾ ਪਿਆ, ਕਿਉਂਕਿ ਉਹਦੇ ਸਾਰੇ ਬਰੂਦ ਨੂੰ ਅੱਗ ਲੱਗ ਗਈ ਸੀ। ਨਹੀਂ ਉਹਦੇ ਸਾਹਮਣੇ ਕੋਈ ਨਹੀਂ ਹੋਇਆ। ਸਿੱਖਾਂ ਦੇ ਵਿੱਚ ਵੀ ਤੁਸੀਂ ਦੇਖੋ, ਮਿਸਲਾਂ ਨੇ ਵੀ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ 6ਵੇਂ ਹਮਲੇ 'ਚ 6ਵੇਂ ਹਮਲੇ ਵਿੱਚ ਜਿਸ ਵੇਲੇ ਘੱਲੂਘਾਰੇ ਵਿੱਚ ਇੱਕ ਵਾਰ ਲੜਾਈ ਹੋਈ ਤਾਂ 20-25 ਹਜ਼ਾਰ ਉਹਨੂੰ ਕਤਲ ਕਰਕੇ ਸਿਰ ਦਿੱਤਾ ਜਾ ਕੇ। ਪਿੱਛੇ ਲੜਾਈ ਨਹੀਂ ਸੀ ਉਹਨਾਂ ਲੜਦਾ, ਗੁਰੀਲਾ ਵਾਰਫੇਅਰ ਉਹਨੂੰ ਆਉਂਦਾ ਨਹੀਂ ਜਾ ਕੇ। ਸੋ ਇਹ ਕੁਛ ਇਹ ਤਾਂ ਕਾਰਨ ਜਿਹੜੇ ਸੀਗੇ, ਜਿਹੜੇ ਅਬਦਾਲੀ ਦੇ ਨਾਲ ਸੰਬੰਧਿਤ ਸੀਗੇ ਜਾ ਕੇ, ਇਹ ਤਾਂ ਕਿ ਉਹ ਕਿਉਂ ਨਹੀਂ ਜਿੱਤ ਸਕਿਆ ਇਸ ਗੱਲ ਦੇ ਵਿੱਚ। ਅਗਲੀ ਗੱਲ ਹੁਣ ਦੂਜੇ ਪਾਸੇ ਆਉਂਦੇ ਆ, ਜਿਹੜੀ ਸਿੱਖ ਲੀਡਰ, ਹੁਣ ਸੋਲਜਰਾਂ ਦੀ ਗੱਲ ਮੈਂ ਤੁਹਾਨੂੰ ਕਰਦਾ। ਜਿਹੜੇ ਮੁਗਲਾਂ ਦੇ ਸੋਲਜਰ ਸੀਗੇ ਇਹ ਤਾਂ ਬਹੁਤੇ ਲੜਾਕੇ ਨਹੀਂ ਸੀ। ਅੱਛਾ, ਇਹ ਮੁਗਲ ਸੋਲਜਰ ਜੰਗਜੂ ਸੋਲਜਰ ਨਹੀਂ ਸੀ, ਬਹੁਤੇ ਨਹੀਂ ਸੀ ਜੰਗ। ਅੱਛਾ, ਪਠਾਨ ਬਹੁਤ ਤਕੜੇ ਸੋਲਜਰ ਸੀਗੇ, ਮਰਹੱਟੇ ਬਹੁਤ ਤਕੜੇ ਸੋਲਜਰ ਸੀ, ਤਾਂ ਇਹ ਮਿਸਲਾਂ ਦੇ ਜਿਹੜੇ ਸੋਲਜਰ ਸੀ ਇਹ ਬਹੁਤ ਤਕੜੇ ਸੋਲਜਰ ਸੀ। ਥਿੰਨ ਸਾਹਿਬ ਮਿਸਲਾਂ ਦੇ ਜਿਹੜੇ ਘੋੜਸਵਾਰ ਸੀਗੇ ਨਾ, ਇਹਨਾਂ ਦੀ ਹਾਲਤ ਇਹ ਸੀ, ਇੰਨੀ ਨਿਪੁੰਨ ਸੀਗੇ ਉਹਦੇ ਵਿੱਚ, ਸਰਪੱਟ ਜਾਂਦਾ ਘੋੜਾ ਨਾ, ਉਹ ਤੇ ਥਪਕੀ ਮਾਰਦੇ ਸੀ, ਇੱਕਦਮ ਖੜ ਜਾਂਦਾ ਸੀ ਘੋੜਾ ਇੱਕ ਥਪਕੀ ਦੇ ਨਾਲ। ਇੰਨਾ ਕੰਟਰੋਲ ਸੀ ਇਹਨਾਂ ਦਾ ਉਸ ਦੇ। ਤਾਂ ਸਿੱਖ ਜਿਹੜੇ ਸੋਲਜਰ, ਸਿੱਖ ਸੋਲਜਰ ਜਾਂ ਮਿਸਲ ਸੋਲਜਰ ਜਿਹੜੇ ਸੀਗੇ, ਉਹ ਘੋੜਸਵਾਰ ਬਹੁਤ ਤਕੜੇ ਸੀ ਤੇ ਜੰਗਜੂ ਬਹੁਤ ਤਕੜੇ ਸੀ। ਤੇ ਇਹ ਮੁਗਲਾਂ ਵਾਲੇ ਤਾਂ ਹੈ ਨਾ ਸੀ, ਮੁਗਲਾਂ ਵਾਲੇ ਤਾਂ ਯਾਸ਼ ਹੋਏ ਸੀਗੇ, ਇਹ ਦਸੀਆਂ ਬਹੁਤੇ ਜਾ ਕੇ ਅਫਗਾਨ ਸੀਗੇ, ਅਬਦਾਲੀ ਦੇ ਸੀਗੇ, ਮਰਹੱਟੇ ਸੀਗੇ, ਇਹ ਤਿੰਨ ਸੀਗੇ। ਇੱਕ ਤਾਂ ਇਹ ਆ ਵੀ ਸਿੱਖ ਲੀਡਰਸ਼ਿਪ ਬਹੁਤ ਵਧੀਆ ਸੀ ਉਸ ਵੇਲੇ। ਸਿੱਖ ਲੀਡਰ, ਸਿੱਖ ਲੱਕੀ ਸੀਗੇ ਵੀ ਇਹਨਾਂ ਨੂੰ ਉੱਥੇ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਵਰਗੇ ਲੀਡਰ ਉਸ ਵੇਲੇ ਮਿਲੇ ਔਰ ਜਿਹਨੇ ਇਹ ਮੂਵਮੈਂਟ ਨੂੰ ਜਿਹੜਾ ਹੈਗਾ ਸਿਰੇ ਚੜਾਇਆ। ਅਗਲੀ ਜਿਹੜੀ ਮੈਂ ਹੁਣੇ ਗੱਲ ਕਰਕੇ ਹਟਿਆ ਉਹ ਇਹੀ ਹੈਗੀ ਹੈ ਜਾ ਕੇ ਗੁਰੀਲਾ ਵਾਰਫੇਅਰ। ਹੁਣ ਜਿਹੜੇ ਰੀਜ਼ਨ ਆਪਾਂ ਦੇਖ ਰਹੇ ਸੀ ਕਿ ਮਿਸਲਾਂ ਦੇ ਜਿੱਤਣ ਦੇ ਕਾਰਨ ਕੀ ਹੈ, ਇਹ ਅਹਿਮਦ ਸ਼ਾਹ ਅਬਦਾਲੀ ਦੀਆਂ ਜਿਹੜੀਆਂ ਆਪਣੀਆਂ ਪ੍ਰੋਬਲਮਾਂ ਸੀਗੀਆਂ, ਜਿਹੜੀਆਂ ਉਹਦੀਆਂ ਆਪਣੀਆਂ ਲਿਮਿਟੇਸ਼ਨ ਸੀ, ਉਹ ਆਪਾਂ ਡਿਸਕਸ ਕਰ ਲਈਆਂ ਜੀ। ਬਿਲਕੁਲ। ਹੁਣ ਇਹ ਆ ਵੀ ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਸੀਗਾ ਪੰਜਾਬ ਦੇ ਵਿੱਚ ਜਿੱਤਣ ਦਾ, ਵੀ ਸਿੱਖ ਮਿਸਲਾਂ ਨੇ ਇਹਨੂੰ ਧਰਮ ਯੁੱਧ ਨਹੀਂ ਬਣਨ ਦਿੱਤਾ। ਉਹਨੇ ਇਹ ਨਹੀਂ ਬਣਨ ਦਿੱਤਾ ਜਾ ਕੇ ਵੀ ਇਹ ਜਿਹੜਾ ਯੁੱਧ ਹੈਗਾ ਸਿੱਖਾਂ ਦਾ ਤਾਂ ਮੁਸਲਮਾਨਾਂ ਦਾ ਆ। ਹਾਲਾਂਕਿ ਦਿੱਲੀ ਦੀ ਸਰਕਾਰ ਨੇ ਵੀ ਔਰ ਵਿੱਚ ਪੰਜਾਬ ਦੇ ਵੀ ਇੱਕ ਦੋ ਗਵਰਨਰਾਂ ਨੇ ਕੋਸ਼ਿਸ਼ ਕੀਤੀ ਹੈ ਇਹਨੂੰ ਜਿਹਾਦ ਬਣਾਉਣ ਦੀ ਕੋਸ਼ਿਸ਼ ਕੀਤੀ। ਇੱਕ ਦੋ ਵਾਰ ਉਹਨੇ ਦਿੱਲੀ ਵਾਲਿਆਂ ਨੇ ਕਿਹਾ ਵੀ ਇਹ ਤਾਂ ਜਿਹਾਦ ਆ, ਸਿੱਖਾਂ ਦੇ ਖਿਲਾਫ ਲੜੋ, ਪਰ ਉਹ ਸਿੱਖ ਮਿਸਲਾਂ ਨੇ ਨਹੀਂ ਬਣਨ ਦਿੱਤਾ ਜੀ। ਸਿੱਖ ਮਿਸਲਾਂ ਨੇ ਇਹਨੂੰ ਜਿਹਾਦ ਨਹੀਂ ਬਣਨ ਦਿੱਤਾ, ਇਹਨੂੰ ਪਹਿਲੀ ਸਟੇਜ ਦੇ ਉੱਤੇ ਕਿਸਾਨੀ ਘੋਲੇ ਰੱਖਿਆ ਜਾ ਕੇ। ਅੱਛਾ ਜੀ। ਉਹਨੇ ਕਿਹਾ ਵੀ ਨਹੀਂ ਇਹ ਪੰਜਾਬ ਦੇ ਕਿਸਾਨਾਂ ਦਾ ਘੋਲ ਹੈ, ਪਹਿਲੀ ਸਟੇਜ ਦੇ ਉੱਤੇ ਜਿਹੜਾ ਲੜਦੇ ਹੈ। ਸੋ ਸਭ ਤੋਂ ਵੱਡਾ ਜਿਹੜਾ ਰੀਜ਼ਨ ਇਹ ਸੀ ਵੀ ਸਿੱਖ ਮਿਸਲਾਂ ਨੇ ਇਹਨੂੰ ਲੋਕ ਯੁੱਧ ਰੱਖਿਆ, ਧਰਮ ਯੁੱਧ ਨਹੀਂ ਬਣਨ ਦਿੱਤਾ ਜਾ ਕੇ। ਇਹ ਸਾਰੇ ਪੰਜਾਬ ਦੇ ਲੋਕਾਂ ਦਾ ਯੁੱਧ ਆ, ਹਰ ਕਿਸਾਨ ਦਾ ਯੁੱਧ ਆ। ਘਰ ਘਰ ਦੇ ਵਿੱਚ ਇਹ ਯੁੱਧ ਚੱਲਦਾ ਸੀਗਾ, ਹਰ ਕਿਸਾਨ ਦੀ ਸਿੰਪਥੀ ਸੀਗੀ ਇਸ ਮੂਵਮੈਂਟ ਦੇ ਨਾਲ ਜਾ ਕੇ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਸਿੱਖ ਆ, ਕਿਉਂਕਿ ਉਹਦੀ ਜ਼ਮੀਨ ਦਾ ਮਸਲਾ ਸੀਗਾ, ਉਹਦੇ ਨਾਲ ਲੜਾਈ ਸੀ। ਦੂਜਾ ਇਹ ਆ ਵੀ ਉਹ ਜਿਹੜੇ ਰਾਜ, ਮੁਗਲਾਂ ਦਾ ਰਾਜ ਸੀਗਾ, ਉਹ ਤੋਂ ਬਹੁਤ ਤੰਗ ਆ ਚੁੱਕੇ ਸੀਗੇ, ਅਫਗਾਨਾਂ ਦੀ ਲੁੱਟ ਤੋਂ ਤੰਗ ਆ ਚੁੱਕੇ ਸੀਗੇ। ਉਹ ਚਾਹੁੰਦੇ ਸੀ ਵੀ ਇੱਥੇ ਕੋਈ ਆਪਣਾ ਰਾਜ ਜਿਹੜਾ ਬਣੇ ਜਾ ਕੇ ਪੰਜਾਬ ਦੇ ਵਿੱਚ। ਸੋ ਉਹ ਪੰਜਾਬੀਆਂ ਨੂੰ ਆਪਣਾ ਰਾਜ ਚਾਹੀਦਾ ਸੀਗਾ ਜਾ ਕੇ। ਉਹਦੇ ਲਈ ਸਿੱਖ ਮੂਵਮੈਂਟ ਨੇ ਉਹਨਾਂ ਨੂੰ ਜਿਹੜਾ ਹੈਗਾ ਰਾਹ ਦੱਸਿਆ ਵੀ ਆਹ ਰਾਹ ਹੈਗਾ ਸਾਡਾ। ਔਰ ਉਹਦੇ ਵਿੱਚ ਜਿੱਦਾਂ ਮੁਗਲਾਂ ਦਾ ਤਾਂ ਉਦਾਂ ਹੀ ਬਸ ਹੋਈ ਸੀਗੀ ਇੱਕ ਗੱਲ। ਦੂਜੀ ਗੱਲ, ਜਿੱਥੇ ਤੱਕ ਪਠਾਨ ਆਪਣਾ ਅਫਗਾਨ ਆਉਂਦੇ ਸੀ, ਇਹਨਾਂ ਨੂੰ ਸਦਾ ਹੀ ਬਾਹਰਲੇ ਸਮਝਿਆ ਗਿਆ। ਅਫਗਾਨਿਸਤਾਨ ਪੰਜਾਬੀ ਮੁਸਲਮਾਨਾਂ ਨੇ ਇਹਨਾਂ ਨੂੰ ਆਪਣੇ ਨਹੀਂ ਸਮਝਿਆ, ਉਹਨੇ ਇਹਨਾਂ ਨੂੰ ਬਾਹਰਲੇ ਸਮਝਿਆ ਵੀ ਬਾਹਰਲੇ ਸਾਨੂੰ ਲੁੱਟਣ ਆਉਂਦੇ ਆ, ਬਾਹਰਲੇ ਸਾਨੂੰ ਤੰਗ ਕਰਦੇ ਆ, ਬਾਹਰਲੇ ਸਾਡੀਆਂ ਬਹੂ ਬੇਟੀਆਂ ਦੀ ਇੱਜ਼ਤ ਲੁੱਟ ਰਹੇ ਆ, ਬਾਹਰਲੇ ਸਾਡੀਆਂ ਫਸਲਾਂ ਤਬਾਹ ਕਰਦੇ ਆ, ਸਾਡੀਆਂ ਦੁਕਾਨਾਂ ਲੁੱਟਦੇ ਆ ਕੇ। ਇੱਦਾਂ ਉਹ ਪੇਸ਼ ਹੋਏ, ਇਸ ਕਰਕੇ ਉਹਨੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ। ਉਹਨੇ ਸਪੋਰਟ ਕੀਤਾ ਇਸ ਮੂਵਮੈਂਟ ਨੂੰ, ਮਿਸਲਾਂ ਵਾਲੀ ਨੂੰ, ਕਿਉਂਕਿ ਉਹ ਪ੍ਰੋਟੈਕਟ ਕਰਦੇ ਸੀ ਉਹਨਾਂ ਨੂੰ। ਲੋਕਲ ਲੋਕ ਸੀ ਔਰ ਉਹਨਾਂ ਨੂੰ ਪ੍ਰੋਟੈਕਸ਼ਨ ਕਰਦੇ ਸੀ। ਹੁਣ ਜੇ ਪਿੰਡ ਦੇ ਉੱਤੇ ਹਮਲਾ ਹੁੰਦਾ ਸੀ ਤਾਂ ਸਿੱਖ ਮਿਸਲਾਂ ਖੜ੍ਹਦੀਆਂ ਸੀ ਜਾ ਕੇ ਉਹਨੂੰ ਭੇਜਾ ਕੇ, ਇਹਨੂੰ ਜਿਹੜਾ ਹੈਗਾ ਰੋਕਣਾ ਜਾ ਕੇ। ਸੋ ਬੜੀ ਗੱਲ ਇਹ ਸੀਗੀ ਜਾ ਕੇ ਵੀ ਇਹਨੇ ਉਹਨੂੰ ਲੋਕ ਯੁੱਧ ਰੱਖਿਆ। ਔਰ ਦੂਜੇ ਪਾਸੇ ਲੋਕਾਂ ਨੂੰ, ਖਾਸ ਤੌਰ 'ਤੇ ਕਿਸਾਨਾਂ ਨੂੰ, ਜੱਟਾਂ ਨੂੰ ਇਹ ਡਰ ਸੀ ਵੀ ਜੇ ਇਹ ਮੂਵਮੈਂਟ ਫੇਲ ਹੋ ਗਈ ਸਾਡੀਆਂ ਜ਼ਮੀਨਾਂ ਫੇਕ ਹੋ ਜਾਣੀਆਂ, ਠੀਕ ਹੈ, ਫੇਰ ਮੁਜ਼ਾਹਰੇ ਬਣ ਜਾਣਾ ਸੀ ਜਾ ਕੇ। ਇਸ ਕਰਕੇ ਇਸ ਗੱਲ ਨੇ ਵੀ ਉਹਨਾਂ ਨੂੰ ਇਸ ਮੂਵਮੈਂਟ ਨਾਲ ਬਹੁਤ ਜੋੜਿਆ ਵੀ ਇਹਨੂੰ ਤਕੜੀ ਕਰੋ, ਇਹ ਆਪਣੀ ਮੂਵਮੈਂਟ ਆ, ਨਹੀਂ ਸਾਡਾ ਫੇਰ ਪਹਿਲਾਂ ਵਾਲਾ ਇਹ ਹਾਲ ਹੋ ਜਾਂਦਾ। ਔਰ ਇਸ ਨੇ ਭੋਏ ਵੱਤਰ ਕਰੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਕਿਉਂਕਿ ਹਿੰਦੂ ਮੁਸਲਮਾਨ ਇਕੱਠੇ ਹੋ ਗਏ ਸਾਰੇ ਜੀ। ਮਹਾਰਾਜੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਇਸ ਗੱਲ ਤੇ। ਅੱਛਾ, ਇੱਕ ਹੁਣ ਕਈ ਤਾਂ ਇਹ ਕਹਿੰਦੇ ਹੁੰਦੇ ਨਾ ਜੀ ਵੀ ਜਿਹੜੀਆਂ ਮੇਜਰ ਤਬਦੀਲੀਆਂ ਉਹ ਡਿਟਰਮਿਨਡ ਮਾਈਨੋਰਿਟੀ ਲਿਆਉਂਦੀ ਹੈ, ਡਿਟਰਮਿਨਡ, ਪਰ ਇੱਥੇ ਤਾਂ ਡਿਟਰਮਿਨਡ ਮੈਜੋਰਿਟੀ ਸੀ।
ਸਾਰੇ ਸੀਗੇ ਇਸ ਮੂਵਮੈਂਟ ਦੇ ਮਗਰ। ਸੋ ਇਹ ਵੱਡਾ ਕਾਰਨ ਜਿਹੜਾ ਸੀਗਾ ਇਹ ਆ ਵੀ ਜਿੱਦਾਂ ਆਪਾਂ ਕਹਿ ਲਈਏ ਇਹ ਜਿਹੜੀ ਸੈਂਸਾ ਮੂਵਮੈਂਟ ਸੀਗੀ ਇਹ ਕੌਟ ਦੀ ਇਮੈਜੀਨੇਸ਼ਨ ਆਫ ਦਾ ਪੀਪਲ। ਜਿੱਦਾਂ ਮੈਨੂੰ ਯਾਦ ਆ ਵੀ ਸਾਡੇ ਉਹ ਡਾਕਟਰ ਹੁੰਦੇ ਸੀਗੇ ਡਾਕਟਰ ਬੱਲ, ਉਹ ਗਦਰ ਪਾਰਟੀ ਦਾ ਇੱਕ ਵਾਰ ਸਾਨੂੰ ਲੈਕਚਰ ਦਿੰਦੇ, ਗਦਰ ਪਾਰਟੀ ਤੇ ਉਹਨੇ ਕਿਹਾ ਕਹਿੰਦੇ ਇਹਦੇ ਫੇਲ ਹੋਣ ਦਾ ਇੱਕ ਕਾਰਨ ਇਹ ਸੀ they did not catch the imagination of the people। ਲੋਕਾਂ ਦੀ ਇਹਨੀ ਇਮੈਜੀਨੇਸ਼ਨ ਫੜਿਆ, ਲੋਕਾਂ ਨੂੰ ਦਿਸਣ ਲੱਗ ਪਿਆ ਵੀ ਇਹ ਗੱਲ ਹੋ ਗਈ ਹੈ ਜਾ ਕੇ। ਇਸ ਕਰਕੇ ਉਹ ਜਿਹੜਾ ਹੈਗਾ ਉਹਦੇ ਨਾਲ। ਦੂਜੀ ਗੱਲ ਇਹ ਹੈ ਸੈਨ ਸਾਹਿਬ, ਇਹ ਜਿਹੜੇ ਦਿੱਲੀ ਦੇ ਸਰਕਾਰ ਤੇ ਆਪਸ ਵਿੱਚ ਵੀ ਲੜਦੇ ਰਹਿੰਦੇ ਸੀ, ਇਹ ਆਪਸ ਵਿੱਚ ਵੀ ਲੜਦੇ ਰਹਿੰਦੇ ਸੀ ਤੇ ਨਾਦਰ ਸ਼ਾਹ ਦੇ ਹਮਲੇ ਨੇ ਤੇ ਆਪਣੇ ਅਹਿਮਦ ਸ਼ਾਹ ਦੇ ਹਮਲਿਆਂ ਨੇ ਇਹਨਾਂ ਮੁਗਲਾਂ ਨੂੰ ਬਹੁਤ ਕਮਜ਼ੋਰ ਕਰ ਦਿੱਤਾ। ਉਹ ਇੰਨੇ ਵੇ ਸਿੱਖਾਂ ਦੀ ਮਦਦ ਹੋ ਗਈ, ਉਹ ਮਿਸਲਾਂ ਦੀ ਮਦਦ ਹੋ ਗਈ। ਇੱਕ ਹੋਰ ਗੱਲ ਵੀ ਹੋਈ ਵੀ ਪੰਜਾਬ ਦੇ ਮੁਸਲਮਾਨਾਂ ਨੂੰ ਪ੍ਰੋਪਰ ਰਿਪਰੈਜ਼ੈਂਟੇਸ਼ਨ ਨਹੀਂ ਦਿੱਲੀ 'ਚ ਮਿਲਦੀ ਰਹੀ। ਤੁਸੀਂ ਦੱਸਿਆ ਸੀ, ਠੀਕ ਹੈ, ਬਿਲਕੁਲ ਠੀਕ ਹੈ। ਉਹਨਾਂ ਤੋਂ ਉਧਰੋਂ ਲੈ ਕੇ ਆਉਂਦੇ ਸੀ, ਹਾਂ ਉਧਰੋਂ ਉਹਨਾਂ ਨੂੰ ਛੋਟੇ ਉਹਦੇ ਦਿੰਦੇ ਸੀ, ਉਹਨਾਂ ਨੂੰ ਬੜੇ ਨਹੀਂ ਦਿੰਦੇ। ਬਿਲਕੁਲ ਠੀਕ ਹੈ। ਸੋ ਇੱਕ ਇਹ ਜਿਹੜੇ ਬਾਕੀ ਬੜਾ ਕਾਰਨ ਹੈ ਕਿ ਇਹ ਵੀ ਹੋਇਆ ਵੀ ਦੁਸ਼ਮਣ ਆਪਸ ਵਿੱਚ ਲੜ ਕੇ ਕਮਜ਼ੋਰ ਹੁੰਦੇ ਰਹੇ। ਅਫਗਾਨ ਮੁਗਲਾਂ ਹੁਣ ਪਹਿਲੇ 4 ਹਮਲੇ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਸੀਗੇ ਹੀ ਸਾਰੇ, ਉਹਨਾਂ ਦੇ ਖਿਲਾਫ ਜਾ ਕੇ। ਸੋ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕਰਕੇ ਦਿੱਲੀ ਦੀ ਸਰਕਾਰ ਐਨ ਖੋਖਲੀ ਕਰ ਦਿੱਤੀ, ਫਾਈਨੈਂਸ਼ੀਅਲੀ ਵੀ ਤਾਂ ਮਿਲਟਰੀ ਦੇ ਤੌਰ ਤੇ ਵੀ ਉਹ ਮਾਰ ਦਿੱਤੇ ਜਾ ਕੇ। ਅੱਛਾ, ਅਗਲੀ ਪਾਵਰ ਜਿਹੜੀ ਸੀਗੀ ਜਿੱਦਾਂ ਮੈਂ ਕਿਹਾ ਵੀ ਦੁਸ਼ਮਣ ਆਪਸ ਵਿੱਚ ਲੜ ਕਮਜ਼ੋਰ ਹੁੰਦੇ ਗਏ। ਇਹ ਮਰਹੱਟਾ ਪਾਵਰ ਇਹੋ ਜਿਹੇ ਚਾਂਸ ਸੀਗਾ ਵੀ ਇਹ ਮਰਹੱਟੇ ਪਿਸ਼ਾਵਰ ਤੱਕ ਪਹੁੰਚ ਗਏ ਸੀਗੇ ਔਰ ਉਹ ਮਰਹੱਟੇ ਕਹਿੰਦੇ ਸੀ ਕਾਬਲ ਤੱਕ ਲਿਜਾਣਾ, ਕਨਿਸ਼ਕ ਦੇ ਟਾਈਮ ਦਾ ਰਾਜ ਉੱਥੇ ਤੱਕ ਲਿਜਾਣਾ ਅਸੀਂ ਕਰਨਾ ਕਿਸ ਦਾ। ਉਹਦਾ ਕਾਰਨ ਕੀ ਹੋਇਆ, ਜਿਹੜਾ 1761 ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲੱਕ ਤੋੜ ਦਿੱਤਾ ਮਰਹੱਟਿਆਂ ਦਾ। ਅੱਛਾ, ਹਾਂ, ਐਨ ਮਰਹੱਟਿਆਂ ਦਾ ਸਵਾਇਆ ਸਦਾ ਸ਼ਿਵ ਰਾਓ ਭਾਊ ਸੀਗਾ, ਸਦਾ ਸ਼ਿਵ ਰਾਓ ਭਾਊ ਮਾਰਿਆ ਗਿਆ ਵਿੱਚੇ ਉਹਦੇ 30-40 ਹਜ਼ਾਰ ਮਰਹੱਟਾ ਮਾਰਿਆ ਗਿਆ ਜੀ ਉਸ ਲੜਾਈ ਉਹਦੇ ਵਿੱਚ ਮਾਰੇ ਗਏ। ਉਹ ਮਰਹੱਟੇ ਉਹ ਖਤਮ ਹੋ ਗਏ। ਹਾਲਾਂਕਿ ਜਿਸ ਵੇਲੇ ਜਸਵੰਤ ਰਾਓ ਹੋਲਕਰ ਨੇ ਪਿਸ਼ਾਵਰ ਦੇ ਵਿੱਚ ਜਿੱਤਿਆ ਆ ਕੇ ਇਹਨਾਂ ਨੂੰ 1758 ਦੇ ਵਿੱਚ, ਪਰ 1761 ਵਿੱਚ ਉਹਨ ਸਫਾਇਆ ਕਰ ਦਿੱਤਾ। ਸੋ ਮਰਹੱਟੇ ਉਹਨੇ ਖਤਮ ਕਰਤੇ। ਸੋ ਦੁਸ਼ਮਣਾਂ ਨੂੰ ਮਾਰਦੇ, ਦੁਸ਼ਮਣਾਂ ਨੂੰ ਮਾਰਦਾ ਰਿਹਾ। ਫਾਇਦਾ ਕਿਹਨੂੰ ਹੁੰਦਾ ਗਿਆ? ਸਿੱਖ ਮਿਸਲਾਂ ਨੂੰ। ਫਾਇਦਾ ਮਿਸਲਾਂ ਨੂੰ ਹੁੰਦਾ ਗਿਆ ਜੀ। ਸੋ ਮਿਸਲਾਂ ਦੇ ਜਿੱਤਣ ਦਾ ਇੱਕ ਇਹ ਕਾਰਨ ਵੀ ਵੱਡਾ ਬਣਿਆ ਵੀ ਉਹ ਆਪਸ ਵਿੱਚ ਜਿਹੜੇ ਲੜਦੇ ਗਏ। ਇੱਕ ਸਿੰਘ ਸਾਹਿਬ ਇਹ ਵੀ ਗੱਲ ਇੱਕ ਵਾਰ ਬੜੀ ਹੁੰਦੀ ਰਹੀ ਜਦ ਮੈਂ ਉੱਥੇ ਯੂਨੀਵਰਸਿਟੀ 'ਚ ਹੁੰਦਾ ਸੀ ਸੈਨੇਟ ਦੇ ਵਿੱਚ, ਉੱਥੇ ਇੱਕ ਵਾਰ ਗੱਲ ਹੋਈ। ਇੱਥੇ ਮੈਂ ਇਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਵੱਡਾ ਕਾਰਨ ਇੱਕ ਜਿਹੜਾ ਆਹ ਹੈਗਾ ਨਾ ਜੀ, ਉਹ ਇਸ ਵੇਲੇ ਆ ਵੀ ਉਸ ਵੇਲੇ ਗੌਰਮੈਂਟ ਦੇ ਵਿੱਚ ਔਰ ਲੋਕਾਂ ਦੇ ਵਿੱਚ ਹਥਿਆਰਾਂ ਦਾ ਫਰਕ ਨਹੀਂ ਹੈ ਬਹੁਤਾ। ਜਿਹੜਾ ਹਥਿਆਰਾਂ ਦਾ ਫਰਕ ਨਹੀਂ ਹੈ ਬਹੁਤਾ, ਜਿੱਦਾਂ ਅੱਜ ਫਰਕ ਪਿਆ ਆ। ਅੱਜ ਹੁਣ ਜਿਹੜਾ ਫਰਕ ਹੈ, ਅੱਜ ਤਾਂ ਹੁਣ ਗੌਰਮੈਂਟ ਕੋਲ ਕਿੱਦਾਂ ਦੇ ਹਥਿਆਰ ਆ, ਪਿੰਡੋਂ ਆਮ ਸਧਾਰਨ ਬੰਦੇ ਕੋਲ ਕੀ ਹਥਿਆਰ ਹੋਣਾ। ਉਸ ਵੇਲੇ ਕਿਰਪਾਨ, ਵਰਸ਼ਾ, ਤੋੜੇਦਾਰ ਬੰਦੂਕ ਉਹਨਾਂ ਕੋਲ ਹੁੰਦੀ ਸੀ। ਕਿਰਪਾਨ, ਵਰਸ਼ਾ, ਤੋੜੇਦਾਰ ਬੰਦੂਕ ਉਹਨਾਂ ਕੋਲ ਹੁੰਦੀ ਸੀ। ਘੋੜੇ ਸੀਗੇ, ਉਹ ਘੋੜੇ ਉਹਨਾਂ ਕੋਲ ਹੁੰਦੇ ਸੀ। ਹਥਿਆਰਾਂ ਦਾ ਫਰਕ ਨਹੀਂ ਹੈ ਬਹੁਤਾ ਜਾ ਕੇ। ਉਹ ਜਿਹੜੀ ਜੇ ਅਹਿਮਦ ਸ਼ਾਹ ਅਬਦਾਲੀ ਕੋਲ ਲਾਈਟ ਤੋਪਾਂ ਹੁੰਦੀਆਂ ਸੀ, ਉਹ ਤੋਪਾਂ ਦਾ ਯੂਜ਼ ਕਰ ਨਹੀਂ ਸੀ ਸਕਦਾ ਕਿਉਂਕਿ ਉਹ ਪਿੱਛੇ ਬੈਟਲ ਲੜਦੇ ਨਹੀਂ ਸੀ। ਉਹ ਜਿਸ ਵੇਲੇ ਉਹ ਤੋਪ ਚਲਾਉਂਦਾ ਸੀ ਉਹ ਜੰਗਲਾਂ 'ਚ ਚੱਲ ਜਾਂਦੇ ਸੀ ਜਾ ਕੇ ਜੀ। ਉਹ ਉਸ ਵੇਲੇ ਚੱਲ ਜਾਂਦੇ ਸੀਗੇ। ਯਾਨੀ ਗੁਰੀਲਾ ਵਾਰਫੇਅਰ ਜਿਹੜੀ ਸੀ ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਜੇ ਉਹਦੀ ਬਰਤਰੀ ਸਿਰਫ ਤੋਪਾਂ ਵਿੱਚ ਸੀਗੀ। ਉਹ ਤੋਪਾਂ ਚੱਲਣ ਦਾ ਮੌਕਾ ਹੀ ਨਹੀਂ ਸੀ ਮਿਲਦਾ ਚੱਲਣ ਦਾ, ਬਾਕੀ ਹਥਿਆਰ ਇੱਕੋ ਜਿਹੇ ਸੀਗੇ। ਹੁਣ ਅੱਜ ਜੇ ਪਬਲਿਕ ਲੜਨਾ ਚਾਹੇ ਗੌਰਮੈਂਟ ਦੇ ਨਾਲ, ਅੱਜ ਤੱਕ ਗੌਰਮੈਂਟ ਕੋ ਹਵਾਈ ਜਹਾਜ਼ਾਂ ਫਲਾਨਾ, ਯਾਨੀ ਉਸ ਵੇਲੇ ਤੋਪ ਵੀ ਇੱਕ ਮਿਜ਼ਾਈਲ ਦੇ ਕੰਮ ਦੇ ਤੌਰ ਤੇ ਹੁੰਦੀ ਸੀ, ਪਰ ਉਹ ਸਿੱਖਾਂ ਦੇ ਕੰਮ ਨਹੀਂ ਸੀ ਹੁੰਦੀ ਕਿਉਂਕਿ ਉਹ ਜੰਗਲਾਂ ਦੇ ਵਿੱਚ ਚੱਲ ਜਾਂਦੇ ਸੀ। ਅਹਿਮਦ ਸ਼ਾਹ ਅਬਦਾਲੀ ਨੂੰ ਜਿਹੜੀ ਸਿੱਖਾਂ ਦਾ ਸੀਗਾ ਜੀ, ਮਿਸਲਾਂ ਦਾ ਸੀਗਾ, ਮਿਸਲਾਂ ਨੂੰ ਲੋਕਲ ਨੌਲੇਜ ਬਹੁਤ ਸੀ, ਏਰੀਏ ਦੀ ਨੌਲੇਜ ਬਹੁਤ ਸੀ ਕਿਉਂਕਿ ਲੋਕਲ ਬੰਦੇ ਲੋਕ ਸੀ। ਉਹਨਾਂ ਨੂੰ ਜਿਹੜੇ ਲਾਖੀ ਜੰਗਲ ਜਾਂ ਕਾਹਨੂੰਆਣੀਆਂ ਦੇ ਜੰਗਲ ਹੈ ਜਿਹਨਾਂ 'ਚੋਂ ਲੁਕਦੇ ਸੀਗੇ, ਉਹਨਾਂ ਸਾਰਿਆਂ ਦੇ ਵਿੱਚੋਂ ਡੰਡੀਆਂ ਦਾ ਵੀ ਪਤਾ ਹੁੰਦਾ ਸੀ। ਇੱਧਰ ਤੋਂ ਘੋੜੇ ਲੰਘ ਸਕਦੇ ਆ, ਇੱਧਰ ਤੋਂ ਘੋੜੇ ਨਹੀਂ ਲੰਘਣੇ, ਜਾ ਕੇ ਘੋੜੇ ਲਈ ਪਾਣੀ ਫਲਾਣੇ ਤੇ ਹੈਗਾ, ਘੋੜੇ ਦੇ ਚੁਗਣ ਲਈ ਫਲਾਣੇ ਤੇ ਹੈਗਾ। ਉਹ ਉਹਨਾਂ ਨੂੰ ਪਤਾ ਨਹੀਂ ਸੀ। ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਜੰਗਲ 'ਚ ਫਸ ਗਏ ਅਸੀਂ ਫਸ ਗਏ। ਉਹਨਾਂ ਨੂੰ ਪਤਾ ਵੀ ਤਾਂ ਸੀ ਵੀ ਅਸੀਂ ਕਿੱਧਰ ਨੂੰ ਜਾਣਾ ਫਿਰ ਉਹ ਮਾਰ ਦੇਣਗੇ, ਉਹ ਫਿਰ ਮਾਰ ਦੇਣਗੇ ਕਿ ਉਹਦੇ ਵਿੱਚ ਉਹ ਜੰਗਲ 'ਚ ਵੜਦੇ ਨਹੀਂ ਸੀ ਜੀ। ਤੋ ਇਹ ਗੁਰੀਲਾ ਵਾਰਫੇਅਰ ਆ, ਇਹ ਲੜਨੀ ਬੜੀ ਔਖੀ ਹੈ ਜਾ ਕੇ। ਉਹ ਜਿਹੜੀ ਉਹ ਚਲੇ ਜਾਂਦੇ ਸੀ। ਜ਼ਮੀਨਾਂ ਖੋਹ ਹੋਣ ਦੇ ਡਰ ਨੇ ਇਹ ਕਿਸਾਨਾਂ ਨੂੰ ਇਕੱਠੇ ਕੀਤਾ ਔਰ ਪੰਜਾਬ ਦੇ ਵਿੱਚ ਸਿੱਖ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਸਿੱਖ ਰਾਜ ਵੀ ਕਹਿ ਸਕਦੇ ਹਾਂ ਬਾਅਦ ਦੇ ਵਿੱਚ, ਪੰਜਾਬ ਦੇ ਵਿੱਚ ਪੰਜਾਬੀਆਂ ਦਾ ਰਾਜ ਕਾਇਮ ਕਰਨ ਦੇ ਵਿੱਚ ਸਿੱਖ ਕਿਸਾਨ ਮੂਵਮੈਂਟ ਦਾ ਬਹੁਤ ਬੜਾ ਰੋਲ ਹੈ। ਜਿਹੜੀ ਕਿਸਾਨ ਮੂਵਮੈਂਟ ਚੱਲੀ ਸੀਗੀ ਵੀ ਹਲ ਵਾਲੇ ਜ਼ਮੀਨ ਆ, ਉਨੀ ਜਿਹੜੇ ਹੈਗੇ ਉਨੀ ਸਾਥ ਦਿੱਤਾ। ਉਹ ਕੋਈ ਟ੍ਰੇਨਡ ਸੋਲਜਰ ਤਾਂ ਨਹੀਂ, ਉਹੀ ਹੈਗਾ ਸਾਰੇ ਜਾ ਕੇ, ਉਨੀ ਸਾਰੇ ਜਿਹੜੇ ਹੈਗੇ ਜਿਤਾ ਦਿੱਤੇ ਸਾਕੇ ਜਾ ਕੇ। ਸੋ ਇਹ ਜਿਹੜੇ ਆ ਮੇਨ ਕਾਰਨ ਸੀਗੇ ਜਾ ਕੇ ਸਿੱਖਾਂ ਦੇ ਜਾਂ ਮਿਸਲਾਂ ਦੇ ਜਿੱਤਣ ਦੇ ਪੰਜਾਬ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇੱਕ ਪੰਜਾਬ ਦੇ ਇੱਕ ਵਰਗ ਦੀ ਹਮਾਇਤ ਨਹੀਂ ਸੀ ਹੈ,
ਟੋਟਲ ਪੰਜਾਬ ਦੀ ਹਮਾਇਤ ਸੀਗੀ ਜਾ ਕੇ। ਸੋ ਇਸ ਗੱਲ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕੈਸ਼ ਕਰ ਲਿਆ। ਇਸ ਗੱਲ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪ੍ਰੋਬਲਮ ਹੀ ਨਹੀਂ ਆਈ ਹੈ ਜਾ ਕੇ ਵੀ ਮੈਨੂੰ ਅਪੋਜ਼ ਕਰੂਗੇ ਜਾ ਕੇ, ਮੈਂ ਤਾਂ ਸਾਰਾ 6% ਹੈ 94% ਕਿੱਦਾਂ ਕਰੂਗਾ। ਕਿਸੇ ਨੇ ਅਪੋਜ਼ ਨਹੀਂ ਕੀਤਾ, ਉਹਨੇ ਕਹਾ ਉਹ ਤਾਂ ਉੱਥੇ ਕੀ ਕਹਿੰਦੇ ਹੁੰਦੇ ਆ ਅੱਤਵਾਦੀ ਚੱਲੀ ਜਾ ਕੇ ਵੀ ਪੰਜਾਬੀਆਂ ਦਾ ਰਾਜ ਆ ਗਿਆ ਜਾ ਕੇ, ਪੰਜਾਬੀਆਂ ਦਾ ਰਾਜ ਆ ਗਿਆ, ਸਾਡਾ ਆਪਣਾ ਬਾਦਸ਼ਾਹ ਆ ਗਿਆ, ਸਾਡਾ ਆਪਣਾ ਬਾਦਸ਼ਾਹ ਆ ਗਿਆ। ਪਹਿਲੀ ਵਾਰ ਤਾਂ ਹਿਸਟਰੀ ਦੇ ਵਿੱਚ ਆਇਆ। ਫਿਰ ਉਸ ਤੋਂ ਬਾਅਦ ਸਿੱਖ ਮਿਸਲਾਂ ਤੇ ਕੀ ਪ੍ਰਭਾਵ ਪਿਆ? ਸਿੰਘ ਸਾਹਿਬ ਦੇਖੋ, ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਤਕਰੀਬਨ 1768 ਤੇ ਖਤਮ ਹੋ ਗਏ ਜੀ, ਉਹ ਮੁੜ ਕੇ ਨਹੀਂ ਆਏ। 1772 ਵਿੱਚ ਉਹਦੀ ਡੈਥ ਹੋ ਗਈ। 1772 ਦੇ ਵਿੱਚ ਡੈਥ ਹੋ ਗਈ ਤਾਂ ਉਹ ਤੋਂ ਬਾਅਦ ਉਹਦਾ ਬੇਟਾ ਤੈਮੂਰ ਆਇਆ। ਤੈਮੂਰ 72 ਤੋਂ ਲੈ ਕੇ 95 94 ਇੱਥੇ ਤੱਕ ਮੇਰਾ ਰਾਜ ਕੀਤਾ ਜਾ ਕੇ। ਉਹਨੇ ਕੋਸ਼ਿਸ਼ ਕੀਤੀ ਪਰ ਉਹ ਉੱਦਾਂ ਦਾ ਜੰਗਜੂ ਹੈ ਨਾ ਸੀ ਜਿੱਦਾਂ ਦੇ ਉਹ ਸੀਗੇ। ਫਿਰ ਪੰਜਾਬ ਜਿਹੜਾ ਸੀ ਇਹ ਤਕਰੀਬਨ ਸਾਰਾ ਹੀ ਜਿਹੜਾ ਹੈਗਾ ਮਿਸਲਾਂ ਦੇ ਕੰਟਰੋਲ ਦੇ ਵਿੱਚ ਆ ਗਿਆ। ਇਹ ਮਿਸਲ ਜਿਹੜੇ ਹੈਗੇ ਆਪਣੇ ਏਰੀਏ ਦੇ ਵਿੱਚ ਇਹ ਰਾਜ ਕਰਨ ਲੱਗ ਪਏ ਜਾ ਕੇ। ਹੁਣ ਜੇ ਆਪਾਂ ਇਹ ਦੇਖੀਏ ਵੀ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪ੍ਰਭਾਵ ਕੀ ਪਏ, ਇੱਕ ਤਾਂ ਆਪਾਂ ਦੇਖੇ ਨਾ ਵੀ ਉਹਦੇ ਕਾਰਨ ਕੀ ਸੀ, ਇੱਕ ਸੀ ਉਹਦਾ ਅਸਰ ਕੀ ਪਿਆ ਪੰਜਾਬ ਦੇ ਉੱਤੇ। ਉਹਦੇ ਉੱਤੇ ਪੰਜਾਬ ਦੇ ਵਿੱਚ ਅਸਰ ਇਹ ਪਿਆ ਸਿੰਘ ਸਾਹਿਬ, ਇੱਕ ਤਾਂ ਪੰਜਾਬ ਦੀ ਇਕੋਨੋਮੀ ਤਬਾਹ ਹੋ ਗਈ। ਉਹਨਾਂ ਨੇ ਦਿੱਲੀ ਖੋਖਲੀ ਕਰਤੀ। ਦਿੱਲੀ ਦੇਖੋ ਉਸ ਵੇਲੇ, ਹੁਣ ਮੈਂ ਤੁਹਾਨੂੰ ਦੱਸਾਂ, ਉਸ ਵੇਲੇ 3 ਬੜੇ ਰਾਜ ਸੀ। ਇੱਕ ਜਿਹੜਾ ਰਾਜ ਸੀ ਆਟੋਮਨ ਅੰਪਾਇਰ, ਇਹ ਵੀ ਲੈਡ ਬਾਈ ਦੀ ਮੁਸਲਿਮ ਸੀ। ਦੂਜੀ ਸਫਾਵਿਦ ਅੰਪਾਇਰ, ਉਹ ਤੁਰਕੀ ਦੇ ਇਲਾਕੇ ਦੇ ਵਿੱਚ ਸੀਗੀ। ਇਹ ਫਿਰ ਪਰਸ਼ੀਆ ਦੇ ਵਿੱਚ ਆ ਗਈ ਜਾ ਕੇ। ਇੱਕ ਇਹ ਮੁਗਲ ਅੰਪਾਇਰ। ਇਹ 3 ਬੜੀਆਂ ਰਿਆਸਤਾਂ ਜਿਹੜੀਆਂ ਸੀਗੀਆਂ ਕੰਮ ਕਰਦੀਆਂ ਸੀ। ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਅਮੀਰ ਸਭ ਤੋਂ ਵੱਧ ਸੀ ਉਹ ਮੁਗਲ ਸੀਗੇ। ਇਹ ਸਾਰਿਆਂ ਤੋਂ ਵੱਧ ਮੁਗਲ ਅੰਪਾਇਰ ਸੀ। ਚਾਹੇ ਨਾਦਰ ਸ਼ਾਹ ਔਰ ਇਹਨਾਂ ਦੇ ਹਮਲਿਆਂ ਨੇ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਸੀਗਾ, ਪਰ ਫਿਰ ਵੀ ਜਿਹੜੇ ਸੀਗੇ ਇਹ ਅਮੀਰ ਰਹੇ। ਸੋ ਪੰਜਾਬ ਪਰ ਜਦ ਅਹਿਮਦ ਸ਼ਾਹ ਅਬਦਾਲੀ ਦੇ ਫਿਰ ਹਮਲਿਆਂ ਨੇ ਬਾਰ-ਬਾਰ ਇਕੋਨੋਮੀ ਤਬਾਹ ਕਰ ਦਿੱਤੀ ਜਾ ਕੇ। ਖੇਤੀ ਤਬਾਹ ਹੋ ਗਈ ਜਾ ਕੇ, ਟ੍ਰੇਡ ਤਬਾਹ ਹੋ ਗਿਆ ਜਾ ਕੇ, ਵਪਾਰੀ ਦੌੜ ਗਏ ਇੱਥੋਂ, ਅਫਸਰ ਇੱਥੋਂ ਦੌੜ ਗਏ ਬੜੇ ਜਿਹੜੇ ਸੀ, ਕਾਨੂੰ ਹੋ ਗਿਆ, ਦੂਜੇ ਕੇ ਸਾਰੇ ਇੱਥੋਂ ਚਲੇ ਗਏ ਡਰਦੇ ਜਾ ਕੇ। ਸੋ ਇੱਕ ਤਾਂ ਉਹਦੇ ਹਮਲਿਆਂ ਦਾ ਅਸਰ ਇਹ ਹੋਇਆ ਵੀ ਇਕੋਨੋਮੀ ਤਬਾਹ ਹੋ ਗਈ, ਪੰਜਾਬ ਦੀ ਇਕੋਨੋਮੀ ਤਬਾਹ ਹੋ ਗਈ। ਦੂਜਾ ਉਹਦਾ ਅਸਰ ਇਹ ਪਿਆ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤਬਾਹ ਹੋ ਗਈ। ਕੋਈ ਪ੍ਰਬੰਧਕ ਹੀ ਨਾ ਰਿਹਾ ਜਾ ਕੇ ਜੀ। ਦਫ਼ਤਰ ਕੰਮ ਕਰਨੋਂ ਹਟ ਗਏ ਜਾ ਕੇ। ਕਿਸੇ ਦਾ ਕੋਈ ਪਤਾ ਨਹੀਂ ਹੈ ਵੀ ਸੜਕਾਂ ਦਾ ਧਿਆਨ ਕਿਵੇਂ ਰੱਖਣਾ, ਲੋਕਾਂ ਦਾ ਧਿਆਨ। ਪ੍ਰਸ਼ਾਸਨ ਸਾਰਾ ਮੁਗਲਾਂ ਦਾ ਸੀ, ਸਾਰਾ ਮੁਗਲਾਂ ਦੀ ਸੀ, ਉਹ ਤਬਾਹ ਹੋ ਗਿਆ ਸਾਰਾ ਹੀ ਜਾ ਕੇ। ਉਹਦੇ ਵਿੱਚ ਗਾਹਾਂ ਕੋਈ ਰਿਪਲੇਸ ਨਾ ਸੀ ਕਰ ਸਕਿਆ। ਮਿਸਲਾਂ ਕੋਲ ਕੋਈ ਇੱਦਾਂ ਦਾ ਹੈ ਨਾ ਸੀ। ਇੱਕ ਤਾਂ ਦੂਜਾ ਇਹਦੇ 'ਚ ਸੋਸ਼ਲ ਅਸਰ ਇਹਦੇ ਵਿੱਚ ਇਹ ਪਏ, ਲੋਕ ਬਹੁਤ ਬੇਦਰਦ ਜਿਹੇ ਹੋ ਗਏ। ਅੱਛਾ, ਹਾਂ, ਜਿੱਦਾਂ ਲੋਕਾਂ ਦੇ ਵਿੱਚ ਦਇਆ ਭਾਵ ਜਿਹੜਾ ਹੁੰਦਾ ਸੀ ਇਹ ਸੀ, ਇਹ ਸਾਰਾ ਹੀ ਕੱਟ ਗਿਆ। ਲੁੱਟ ਮਾਰਾਂ ਵੱਧ ਗਈਆਂ। ਇੱਦਾਂ ਦੀਆਂ ਮਿਸਾਲਾਂ ਬਹੁਤ ਆਉਂਦੀਆਂ ਪਈ, ਜਿਹੜੇ ਵਿਧਵਾ ਜਾਂ ਬੇਵਾ ਔਰਤਾਂ ਸੀਗੀਆਂ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਘਰਾਂ ਨੂੰ ਲੁੱਟਣ ਲੱਗ ਪਏ ਜਾ ਕੇ। ਇਹਦੇ ਮਗਰ ਕਿਹੜਾ ਕੋਈ ਹੈਗਾ? ਜਿਹਦੇ ਮਗਰ 4 ਬੰਦੇ ਹੁੰਦੇ ਸੀਗੇ ਉਹ ਥੋੜ੍ਹਾ ਜਿਹਾ ਰਾਹ ਚੱਲਦਾ, ਬਾਕੀ ਜਿਹੜੇ ਉਹ ਲੈ ਕੇ ਦੂਜਿਆਂ ਨੂੰ ਲੁੱਟਣ ਲੱਗ ਪੈਂਦਾ ਸੀਗਾ ਜਾ ਕੇ। ਸਾਰਾ ਪੰਜਾਬ ਦਾ ਮਾਹੌਲ ਇੱਦਾਂ ਦਾ ਬਣ ਗਿਆ। ਲੋਕ ਬੇਦਰਦ ਹੋ ਗਏ। ਪਰ ਇੱਕ ਹੋਇਆ ਵੀ ਬਹੁਤ ਹਿੰਦੂ ਮੁਸਲਮਾਨ ਇਕੱਠੇ ਬਹੁਤ ਹੋ ਗਏ। ਹਿੰਦੂ ਮੁਸਲਮਾਨ ਦੀ ਜਿਹੜੀ ਆ ਉਹ ਲੜਾਈ ਨਹੀਂ ਹੋਈ ਹੈ ਜਾ ਕੇ, ਕਿਉਂਕਿ ਉਹ ਸਾਂਝੇ ਪੁੱਟ ਹੋਏ ਜਾ ਕੇ, ਵਿਕਟਮ ਸੀਗੇ ਉਹ। ਹਾਂ, ਉਹ ਪਰ ਜਿਹੜਾ ਗੁੰਡਾਗਰਦੀ ਹੋਈ, ਗੁੰਡਾਗਰਦੀ ਸਾਰਿਆਂ ਨੇ ਕੀਤੀ। ਉਹ ਤਾਂ ਮੈਂ ਸੁਣਿਆ ਵੀ ਜਿਹਦੇ ਘਰ 'ਚ ਮਰਦ ਜ਼ਿਆਦਾ ਨੇ, ਬੰਦੇ ਜ਼ਿਆਦਾ ਨੇ ਘੋੜਿਆਂ ਵਾਲੇ, ਉਹੀ ਟੇਕ ਓਵਰ ਕਰ ਲੈਂਦੇ, ਉਹੀ ਲਈ ਫਿਰਦੇ ਸੀ, ਉਹੀ ਲੁੱਟ ਮਾਰ। ਪਿੰਡਾਂ ਦੇ ਵਿੱਚ ਡਾਕੂਆਂ ਦੇ, ਲੁਟੇਰਿਆਂ ਦੇ ਗੈਂਗ ਫਿਰਦੇ ਹੁੰਦੇ ਸੀ, ਜਿਹੜੇ ਰਾਤ ਨੂੰ ਜਾ ਕੇ ਫਿਰ ਲੁੱਟਦੇ ਹੁੰਦੇ ਸੀ। ਇਹਦੇ ਹਮਲਿਆਂ ਦਾ ਅਸਰ ਸੀਗਾ ਜਾ ਕੇ ਅਹਿਮਦ ਸ਼ਾਹ ਅਬਦਾਲੀ ਦਾ। ਫਿਰ ਕੋਈ ਲਾ ਐਂਡ ਆਰਡਰ ਨਹੀਂ ਰਿਹਾ। ਇਸ ਗੱਲ ਕਰਕੇ ਆਹ ਪੰਜਾਬ ਦਾ ਹਾਲ ਹੋ ਗਿਆ ਜਾ ਕੇ। ਜਾਣੀ ਨੈਤਿਕਤਾ ਵੀ ਖਤਮ ਹੋ ਗਈ ਜਾ ਕੇ। ਕੋਈ ਰਿਹਾ ਹੀ ਨਹੀਂ ਜਾ ਕੇ ਇੱਦਾਂ ਵੀ ਕੋਈ ਵੈਲਿਊਜ਼ ਹੈਗੀਆਂ ਲਾਈਫ ਦੀਆਂ, ਕੋਈ ਸਦਾਚਾਰ ਹੈਗਾ, ਕੋਈ ਇੱਦਾਂ ਦਾ ਨਹੀਂ ਰਿਹਾ। ਉਹ ਹੀ ਰਹਿ ਗਿਆ ਲੋਕਾਂ ਦੇ ਵਿੱਚ ਵੀ ਜਾ ਕੇ। ਜਿੱਦਾਂ ਇਹ ਹਾਜ਼ਰ ਆਪਾਂ ਕਹਿੰਦੇ ਹੁੰਦੇ ਹਾਂ ਵੀ ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ। ਜੇ ਉਹ ਲੁੱਟ ਕੇ ਲੋਕਾਂ ਨੇ ਕਿਹਾ ਜੋ ਹੈਗਾ ਖਾ ਪੀ ਲਓ, ਬਾਕੀ ਇੱਥੇ ਮਰਨਾ, ਅਹਿਮਦ ਸ਼ਾਹ ਨੇ ਲੁੱਟ ਲੈਣਾ। ਮਗਰੋਂ ਇਹ ਹਾਲ ਸੀ ਵੀ ਉਹਦੇ ਹਮਲਿਆਂ ਦਾ ਅਸਰ ਇਹ ਪਿਆ ਜਾ ਕੇ। ਬਾਕੀ ਉਹਦੇ ਨਾਲ ਅਸੀਂ ਇਹ ਦੇਖ ਸਕਦੇ ਹਾਂ ਜੀ, ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਜੇ ਪੋਲੀਟੀਕਲ ਅਸਰ ਦੇਖੋ, ਉਹ ਬਹੁਤੇ ਤਾਂ ਆਪਾਂ ਕਰ ਲਿਆ, ਪਰ ਫਿਰ ਮੈਂ ਰਿਪੀਟ ਕਰਦਾ, ਉਹ ਪੋਲੀਟੀਕਲ ਅਸਰ ਉਹਦੇ ਇਹ ਆ, ਐਂਡ ਆਫ ਮਰਹੱਟਾ ਪਾਵਰ। ਇੱਕ ਤਾਂ ਪੰਜਾਬ ਦੇ ਵਿੱਚ ਉਹਨੇ ਮਰਹੱਟਿਆਂ ਦਾ ਅਸਰ ਖਤਮ ਕਰ ਦਿੱਤਾ ਜਾ ਕੇ। ਹਾਂ, ਨਹੀਂ ਖਤਮ ਹੋਣਾ ਨਾ ਸੀ। ਇਹ ਵੀ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦਾ ਐਂਡ ਆਫ ਮੁਗਲ ਪਾਵਰ। ਇਹ ਵੀ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਹੀ ਅਸਰ ਆ ਵੀ ਉਹਨੂੰ ਮੁਗਲਾਂ ਦਾ ਵਿੱਚੋਂ ਬਿਲਕੁਲ ਹੀ ਸਤਿਆਨਾਸ਼ ਕਰਕੇ ਰੱਖ ਦਿੱਤਾ, ਇੱਥੋਂ ਕੱਢ ਦਿੱਤੇ ਜਾ ਕੇ, ਉਹ ਖਤਮ ਕਰ ਦਿੱਤੇ ਪੰਜਾਬ ਦੇ ਵਿੱਚ ਹੋ ਗਏ ਆ। ਬਾਕੀ ਜਿਹੜੀ ਇਸ ਹਮਲੇ ਨੇ ਪੰਜਾਬੀ ਏਕਤਾ ਨੂੰ ਜਨਮ ਦਿੱਤਾ।
ਪੰਜਾਬੀ ਏਕਤਾ ਬਹੁਤ ਹੋ ਗਈ ਇਸ ਕਿਸੇ ਸਮੇਂ ਦੇ ਵਿੱਚ ਵੀ ਇੰਨੀ ਏਕਤਾ ਪੰਜਾਬੀ ਨਹੀਂ ਸੀ ਹੈ। ਲੋਕ ਜਿਹੜੇ ਸੀਗੇ ਉਹ ਹਿੰਦੂ ਸਿੱਖ ਵੀ ਸਾਰੇ ਮੁਸਲਮਾਨ ਮਜ਼ਾਰਾਂ ਤੇ ਜਾਂਦੇ ਸੀਗੇ। ਮੁਸਲਮਾਨ ਮਜ਼ਾਰਾਂ ਤੇ ਮੱਥੇ ਟੇਕਣੇ ਜਾ ਕੇ ਉੱਥੇ ਵੀ ਠੀਕ, ਉਹਨਾਂ ਤੋਂ ਵੀ ਮੰਨਤਾਂ ਆਪਣੀਆਂ ਰੱਖਣੀਆਂ, ਮੰਗਲ ਲੈਣਾ, ਕੋਈ ਇੱਦਾਂ ਦਾ ਫਿਕਰ ਨਹੀਂ ਸੀ। ਕਿਉਂਕਿ ਇਹ ਸਾਰੇ ਦੌਰਾਨ ਦੇ ਵਿੱਚ ਕਿਸੇ ਵੀ ਪੰਜਾਬੀ ਮੁਸਲਮਾਨ ਨੇ ਕਿਸੇ ਵੀ ਦੂਜੇ ਧਾਰਮਿਕ ਸਥਾਨ ਦੀ ਬੇਹਰਮਤੀ ਜਾਂ ਬੇਅਦਬੀ ਨਹੀਂ ਕੀਤੀ। ਅਹਿਮਦ ਸ਼ਾਹ ਅਬਦਾਲੀ ਨੇ ਢਾਏ ਆ ਕੇ ਜਾ ਕੇ ਮੰਦਰ ਢਾਇਆ, ਹਰਿਮੰਦਰ ਸਾਹਿਬ ਵੀ ਕਈ ਵਾਰ ਉਹਨੇ ਢਾਇਆ ਜਾ ਕੇ, ਪੰਜਾਬੀ ਮੁਸਲਮਾਨ ਨੇ ਇੱਟ ਵੀ ਨਹੀਂ ਮਾਰੀ ਜਾ ਕੇ। ਇਸ ਕਰਕੇ ਜਿਹੜਾ ਹੈਗਾ ਆਪਸੀ ਜਿਹੜਾ ਸਹਿਯੋਗ ਸੀਗਾ ਉਹ ਜਿਹੜਾ ਕਹਿੰਦੇ ਵੀ ਪੰਜਾਬ ਹਿਸਟਰੀ ਵਿੱਚ ਸਭ ਤੋਂ ਵੱਧ ਜੇ ਇਹ ਹੋਵੇ ਤਾਂ ਉਸ ਟਾਈਮ ਦੇ ਵਿੱਚ ਹੋਇਆ। ਉਹ ਅਸਰ ਕਿਹਦਾ ਸੀ? ਉਹ ਅਹਿਮਦ ਸ਼ਾਹ ਅਬਦਾਲੀ ਦਾ ਸੀ। ਉਹਨੂੰ ਸਾਂਝੇ ਕੁੱਟੇ ਸਾਰੇ ਇਹ ਜਾ ਕੇ। ਅੱਛਾ, ਉਹਦੇ ਹਮਲਿਆਂ ਤੋਂ ਬਾਅਦ, ਉਹਦੇ ਅਸਰਾਂ ਤੋਂ ਬਾਅਦ ਜਿਹੜੀ ਤੁਸੀਂ ਦੱਸੀ ਆ, ਉਸ ਐਟਮੋਸਫੀਅਰ ਦੇ ਵਿੱਚ ਫਿਰ ਮਿਸਲਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਉਸ ਦਾ ਫਾਇਦਾ ਉਠਾਇਆ? ਹੁਣ ਤੁਸੀਂ ਕੀ ਕਹਿੰਦੇ ਹੁੰਦੇ ਆ, ਦੁੱਖ ਦੀ ਤੇ ਹੱਥ ਰੱਖ ਦਿੱਤਾ ਜਾ ਕੇ। ਹੁਣ ਮੈਂ ਤਿੰਨ ਸਾਹਿਬ ਤੁਹਾਨੂੰ ਮੈਂ ਗੱਲ ਦੱਸਾਂ, ਹੁਣ ਮਿਸਲਾਂ ਦਾ ਰਾਜ ਆ ਗਿਆ। ਹੁਣ ਇਹ ਆਪਾਂ ਨੂੰ ਹਿਸਟਰੀ ਦਾ ਪੱਖ ਆ, ਇਹ ਦੱਸਣਾ ਪੈਣਾ, ਕੋਈ ਇਹ 'ਚ ਲੁਕਾਉਣ ਵਾਲੀ ਗੱਲ ਨਹੀਂ ਹੈ। ਜਿੱਥੇ ਮਿਸਲਾਂ ਦੀ ਇੰਨੀ ਬਹਾਦਰੀ ਸੀਗੀ, ਜਿੱਦਾਂ ਮਿਸਲਾਂ ਨੇ ਜਾ ਕੇ ਮੁਗਲ ਵੀ ਹਰਾਏ, ਅਹਿਮਦ ਸ਼ਾਹ ਅਬਦਾਲੀ ਵੀ ਹਰਾਇਆ, ਔਰ ਪੰਜਾਬੀ ਕਿਸਾਨੀ ਦਿੱਤੀ, ਪੰਜਾਬ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ ਜਾ ਕੇ, ਮਜ਼ਾਰਿਆਂ ਨੂੰ ਮਾਲਕ ਬਣਾਇਆ ਜਿਹੜੇ ਹੁਣ ਤੱਕ ਬੈਠੇ ਆ। ਉੱਥੇ ਹੁਣ ਮੈਂ ਤਾਂ ਦੱਸਾਂ ਵੀ ਮਿਸਲਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਸੀ, ਵਰਸਟ ਐਡਮਿਨਿਸਟ੍ਰੇਸ਼ਨ ਸੀ। ਅੱਛਾ ਜੀ। ਮਿਸਲ ਜਿਹੜੇ ਮਿਸਾਲਦਾਰ ਜਾਂ ਮਿਸਲਾਂ ਸੀਗੀਆਂ ਜਾ ਕੇ ਇਹ ਫਸਟ ਕਲਾਸ ਫਾਈਟਰ ਸੀਗੇ, ਥਰਡ ਕਲਾਸ ਐਡਮਿਨਿਸਟ੍ਰੇਟਰ ਸੀਗੇ। ਔਰ ਇੱਕ ਮਿਸਲ ਚੋਂ ਦੂਜੇ ਮਿਸ ਸ਼ਿਫਟ ਵੀ ਹੋ ਜਾਂਦਾ। ਥਿੰਨ ਸਾਹਿਬ ਇਹ ਜਾਣੀ ਲੜਾਕੇ ਸੀਗੇ ਨੰਬਰ 1 ਦੇ, ਤੇ ਪ੍ਰਬੰਧਕ ਸੀਗੇ ਨੰਬਰ 3 ਦੇ, ਥਰਡ ਕਲਾਸ। ਇਨੀ ਪੰਜਾਬ ਦੇ ਵਿੱਚ ਇੰਨੀ ਗੁੰਡਾਗਰਦੀ ਕੀਤੀ ਉਸ ਵੇਲੇ ਜਦ ਰਾਜ ਹੱਥ ਵਿੱਚ ਆ ਗਿਆ। ਉਸ ਵੇਲੇ ਮੁੜ ਕੇ ਉਹੀ ਜਗੀਰਦਾਰੀ ਸਿਸਟਮ ਵੱਲ ਨੂੰ ਤੁਰ ਪਏ ਇਹ ਜਾ ਕੇ ਜੀ। ਉਹੀ ਜਗੀਰਦਾਰਾਂ ਨੇ ਆਪਣੇ ਬੜੀਆਂ ਹਵੇਲੀਆਂ ਬਣਾ ਲਈਆਂ, ਬੜੇ ਹਵੇਲੀਆਂ ਦੇ ਵਿੱਚ ਨਾਚ ਰੰਗ ਹੋਣ ਲੱਗ ਪਏ ਜਾ ਕੇ ਜਿੰਨਾਂ ਦੇ ਸੀਗੇ ਜੀ। ਉਹੋ ਹੀ ਕੁਛ ਜਾ ਕੇ ਉਹੀ ਆਪਣੇ ਬੰਦਿਆਂ ਨੂੰ ਜਗੀਰਾਂ ਵੰਡਣ ਲੱਗ ਪਏ ਜਾ ਕੇ, ਉਹ ਜਗੀਰਾਂ ਦੇ ਦਿੱਤੀਆਂ ਜਾ ਕੇ। ਤਾਂ ਉਹ ਸਾਰੇ ਜਿਹੜੇ ਹੈਗੇ ਫੇਰ ਜਗੀਰਦਾਰੀ। ਹੁਣ ਕਈ ਬੰਦੇ ਸਵਾਲ ਕਰਦੇ ਆ ਜੀ ਵੀ ਤੁਸੀਂ ਕਹਿੰਦੇ ਜਗੀਰਦਾਰੀ ਸਿਸਟਮ ਖਤਮ ਕੀਤਾ, ਜਗੀਰਦਾਰੀ ਤਾਂ ਅੰਗਰੇਜ਼ਾਂ ਦੇ ਟਾਈਮ ਵੀ ਸੀ। ਉਹ ਮੁੜ ਕੇ ਰਿਵਾਈਵ ਹੋਈ ਉਦੋਂ, ਫਿਰ ਉਹਦਾ ਰਿਵਾਈਵ ਹੋਈ ਜਾ ਕੇ ਰਣਜੀਤ ਸਿੰਘ ਨੇ ਕੀਤੀ, ਮਿਸਲਾਂ ਨੇ ਸ਼ੁਰੂ ਕੀਤਾ, ਰਣਜੀਤ ਸਿੰਘ ਨੇ ਵੀ ਕੀਤੀਆਂ, ਰਣਜੀਤ ਸਿੰਘ ਨੇ ਵੀ ਜਗੀਰਾਂ ਵੰਡੀਆਂ ਫਿਰ ਬਾਅਦ 'ਚ। ਠੀਕ ਹੈ, ਉਹ ਮਿਸਲਾਂ ਨੇ ਫਿਰ ਉਹੀ ਕੰਮ ਸ਼ੁਰੂ ਕਰ ਦਿੱਤਾ। ਸੋ ਮਿਸਲਾਂ ਨੇ ਜਿਹੜਾ ਹੈਗਾ ਆ ਕੋਈ ਰਾਖੀ ਸਿਸਟਮ ਕੀਤਾ। ਰਾਖੀ ਸਿਸਟਮ ਕੀ ਸੀਗਾ ਚੱਲਦਾ ਵੀ ਬਈ ਤੁਸੀਂ ਸਾਨੂੰ ਇੱਦਾਂ ਕਰੋ, ਅਸੀਂ ਤੁਹਾਡੀ ਪ੍ਰੋਟੈਕਸ਼ਨ ਕਰਾਂਗੇ, ਸਾਨੂੰ 5ਵਾਂ ਹਿੱਸਾ ਦਿਓ, 5ਵਾਂ ਹਿੱਸਾ ਦਿਓ। ਅਤੇ ਉਹ 5ਵਾਂ ਹਿੱਸਾ ਜਿਹੜਾ ਸੀਗਾ ਉਹ ਲੈ ਕੇ ਉਹ ਜਿੰਨਾ ਕਹਿੰਦਾ ਸੀ ਬਸ ਉਹਦੇ ਨਾਲ ਐਸ਼ ਹੁੰਦੀ ਸੀ ਸਾਰੀ। ਹੁਣ ਤੁਸੀਂ ਤਾਂ ਸ਼ਾਇਦ ਸੁਣੀ ਵੀ ਹੋਵੇ ਜਾਂ ਨਾ ਹੋਵੇ ਜਾ ਕੇ, ਪਰ ਮੈਂ ਜ਼ਰੂਰ ਸੁਣੀ ਆ, ਹੁਣ ਤੇ ਲੋਕ ਨਹੀਂ ਸੁਣੀ ਹੋਵੇ। ਇੱਕ ਲਫ਼ਜ਼ ਕੁਆਇਨ ਹੋਇਆ ਸੀ, ਸਿੱਖਾ ਸ਼ਾਹੀ। ਸਿੰਘਾ ਸ਼ਾਹੀ, ਹਾਂ, ਸਿੰਘਾ ਸ਼ਾਹੀ। ਉਹ ਬੈਡ ਸੈਂਸ ਵਿੱਚ ਸੀਗਾ, ਨੈਗੇਟਿਵ ਸੀਗਾ ਉਹ ਜਾ ਕੇ ਵੀ ਸਿੱਖਾ ਸ਼ਾਹੀ ਤਾਂ ਬਹੁਤ ਔਖੀ ਹੈ। ਉਹ ਇਸ ਟਾਈਮ ਦੇ ਵਿੱਚ ਕੁਆਇਨ ਹੋਇਆ ਉਹ ਲਫ਼ਜ਼। ਅੱਛਾ, ਹਾਂ, ਜਦ ਸਿੱਖ ਜਿਹੜੀਆਂ ਜ਼ਿਆਦਾ ਸ਼ਾਹੀ ਰਾਜ ਮੈਂ ਸੁਣਿਆ, ਸਿੱਖਾ ਸ਼ਾਹੀ ਸਾਡੇ ਦੁਆਬੇ ਸਿੱਖਾ, ਤੁਹਾਡੇ ਸਿੰਘਾਂ 'ਚ ਸਿੱਖਾ ਸ਼ਾਹੀ ਲਫ਼ਜ਼ ਉਹ ਆ ਵੀ ਜਿਸ ਵੇਲੇ ਬੈਡ ਰੂਲ ਆਇਆ ਜਾ ਕੇ। ਉਸ ਵੇਲੇ ਹਾਲਤ ਕੀ ਸੀਗਾ? ਉਸ ਵੇਲੇ ਹਾਲਤ ਮੇਰੇ ਬਾਬੇ ਉਹ ਨਹੀਂ ਦੱਸਦੇ ਆ, ਉਹ ਕਹਿੰਦੇ ਵੀ ਮੇਰੇ ਬਾਬੇ ਨੇ ਮੈਨੂੰ ਦੱਸਿਆ ਸੀ ਇਹ ਗੱਲ ਜਾ ਕੇ ਭਈ ਉਹ ਇੱਦਾਂ ਹੁੰਦੀ ਸੀ। ਕਹਿੰਦੇ ਭਈ ਜਿਹੜੇ ਸੋਲਜਰ ਸੀਗੇ ਉਹ ਦੂਨੇ ਦੁੱਧ ਚੱਕ ਕੇ ਲੈ ਜਾਂਦੇ ਹੁੰਦੇ ਸੀਗੇ ਜਾ ਕੇ, ਘਰਾਂ ਦੇ ਵਿੱਚੋਂ ਜਾ ਕੇ ਇਹ ਲੈ ਜਾਂਦੇ। ਉਹ ਕਹਿੰਦੇ ਮਚਾਨ ਲੈ ਉਸੇ ਬੈਠੇ ਦੇਖਦੇ ਹੁੰਦੇ ਸੀ ਵੀ ਜੇ ਕਿਤੋਂ ਧੂੰਆਂ ਨਿਕਲਿਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਜੱਟ ਛਲੀਆਂ ਭੁੰਨਦੇ ਆ, ਉਹਨਾਂ ਨੂੰ ਜਾ ਕੇ ਗ੍ਰਿਫਤਾਰ ਕਰੋ। ਛਲੀਆਂ ਭੁੰਨਦੇ ਆ, ਉਹ ਗ੍ਰਿਫਤਾਰ ਕੀਤੇ ਜਾਂਦੇ ਸੀ। ਗ੍ਰਿਫਤਾਰ ਕਿਉਂ ਕੀਤੇ ਜਾਂਦੇ ਸੀ? ਉਹ ਕਹਿੰਦੇ ਸੀ ਇਹ ਸਟੇਟ ਦਾ ਸ਼ੇਅਰ ਹੈ ਇਹਦੇ ਵਿੱਚ। ਜਿਹੜੀ ਛੱਲੀ ਆ ਤੁਸੀਂ ਇਹਦੇ ਵਿੱਚ ਸਟੇਟ ਦੀ ਆ ਛੱਲੀ, 5ਵਾਂ ਹਿੱਸਾ ਸਟੇਟ ਦਾ। ਮਗਰੋਂ ਤਾਂ ਫਿਰ ਬਟਾਈ ਹੋ ਗਈ ਸੀ। ਮਗਰੋਂ ਤਾਂ ਜਿਹੜੇ ਮਿਸਾਲਦਾਰ ਸੀ ਅੱਧ ਲੈਣ ਲੱਗ ਪਏ ਸੀਗੇ, ਬਟਾਈ ਕਰ ਲਈ ਸੀ, ਅੱਧ ਲੈਣ ਲੱਗ ਪਏ ਸੀਗੇ। ਸੋ ਉਹ ਜਿਹੜੇ ਸੀਗੇ ਫਿਰ ਕਿਸਾਨਾਂ ਦਾ ਉਹ ਕਚੂਮਰ ਕੱਢਿਆ ਜਾ ਕੇ, ਉਹਨੇ ਜਾ ਕੇ ਫਿਰ ਬਹੁਤ ਅੱਤ ਦੀ ਗਰੀਬੀ ਛਾ ਗਈ ਉਹਦੇ ਵਿੱਚ ਜਾ ਕੇ। ਲੋਕ ਫਿਰ ਡਾਕਿਆਂ ਡੁਕਿਆਂ ਨੂੰ ਤੁਰਨ ਲੱਗ ਪਏ ਇੱਦਾਂ ਜਿਹੜੇ ਹੈਗੇ ਆਹ ਇਹਦਾ ਚੰਗਾ ਆ। ਸੋ ਉਹ ਜਿਹੜਾ ਰਾਜ ਪ੍ਰਬੰਧ ਕੀਤਾ ਜਾ ਕੇ, ਰਾਜ ਪ੍ਰਬੰਧ ਮਿਸਲਾਂ ਨੇ ਜਿਹੜਾ ਹੈਗਾ ਬਹੁਤ ਮਾੜਾ ਰਾਜ ਪ੍ਰਬੰਧ ਕੀਤਾ ਜਾ ਕੇ ਜੀ। ਔਰ ਉਸ ਰਾਜ ਪ੍ਰਬੰਧ ਤੋਂ ਲੋਕਾਂ ਨੇ ਦੁਖੀ ਹੋਇਆਂ ਨੇ ਜਾ ਕੇ ਫਿਰ ਸਾਨੂੰ ਪਤਾ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਕੇ ਫਿਰ ਸੱਦਾ ਵੀ ਦਿੱਤਾ ਜਾ ਕੇ ਵੀ ਆਓ ਇਹ ਸਾਨੂੰ ਇਹ ਛੁਟਕਾਰਾ ਦਵਾਓ ਇੱਥੇ ਜਾ ਕੇ। ਸੋ ਮਿਸਲ ਜਿਹੜੇ ਸੀ ਬਹੁਤ ਗੁੱਡ ਫਾਈਟਰ ਸੀਗੇ, ਬਾਹਰਲੇ ਹਮਲਿਆਂ ਨਾਲ ਬਹੁਤ ਵਧੀਆ ਲੜਿਆ। ਸੋ ਉਹੀ ਗੱਲ ਸੀ ਵੀ ਜਦੋਂ ਬਾਹਰਲਾ ਖਤਰਾ ਆਉਂਦਾ ਸੀ ਤਾਂ ਇਕੱਠੇ ਹੋ ਜਾਂਦੇ ਸੀ, ਨਹੀਂ ਤਾਂ ਆਪਸ ਵਿੱਚ ਬੜੀ ਗੱਲ ਆ ਜਿਹੜੀ ਤੁਸੀਂ ਕਹੀ ਹੈ, ਮੈਨੂੰ ਚੇਤਾ ਭੁੱਲ ਗਿਆ ਜੀ। ਆਪਸ ਵਿੱਚ ਲੜਦੀਆਂ ਸੀ ਮਿਸਲਾਂ, ਫਿਰ ਮਿਸਲਾਂ ਇੱਕ ਮਿਸਲ ਦੂਜੇ ਦੇ ਮਿਸਲ ਤੇ ਲੜਦੀ ਸੀ, ਉਹਦੇ ਸੋਲਜਰ ਉਹ ਭੰਨ ਕੇ ਲਿਆਉਂਦੇ ਹੁੰਦੇ ਸੀਗੇ ਜਾ ਕੇ। ਮਿਸਲਾਂ ਦੀ ਆਪਸੀ ਲੜਾਈ ਨੇ ਪੰਜਾਬ ਨੂੰ ਹੋਰ ਕਮਜ਼ੋਰ ਕੀਤਾ ਔਰ ਹੋਰ ਖਰਾਬ ਕੀਤਾ।
ਜਿਹੜੇ ਆਪਸ ਵਿੱਚ ਲੜਦੇ ਸੀ। ਲੋਕਾਂ ਦਾ ਕਚੂਮਰ ਨਿਕਲ ਗਿਆ ਇਹਦੇ ਵਿੱਚ। ਉਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪਿਤਾ ਜੀ ਸੀ ਉਹ ਕਿਹੜੀ ਮਿਸਲ 'ਚ ਸੀ? ਉਹ ਸ਼ੁਕਰ ਚੱਕੀਆ ਜੀ। ਅੱਛਾ, ਸ਼ੁਕਰ ਚੱਕੀਆ ਮਿਸਲ ਫੇਰ ਵੀ ਕਹਿੰਦੇ ਥੋੜ੍ਹੀ ਜਿਹੀ ਚੰਗੀ ਸੀ ਬਾਕੀ। ਅੱਛਾ, ਉਹ ਜਿਹੜੇ ਇੱਕ ਹੋਰ ਦੇਖਿਆ ਜਿਹੜੀ ਮਿਸਲਾਂ ਦੇ ਵਿੱਚ ਜਿਹੜਾ ਉਹ ਸਪਿਰਿਟ ਸੀ ਲੜਨ ਦੀ ਨਾ ਜੀ, ਉਹ ਨਿਕਲ ਗਏ ਵਿੱਚੋਂ। ਇੱਕ ਤਾਂ ਨਿਕਲ ਗਏ ਇਸ ਕਰਕੇ, ਇੱਕ ਤਾਂ ਉਹ ਲੀਡਰ ਬੁੱਢੇ ਹੋ ਗਏ ਜੀ, ਜਿਹੜੇ ਪਹਿਲੇ ਡੈਡੀਕੇਟਡ ਲੀਡਰ ਸੀ, ਜਿਹੜੇ ਕਮਿਟਡ ਸੀ ਕਿਸੇ ਕਾਜ਼ ਲਈ, ਜਿਹੜੇ ਕਿਸੇ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਕਮਿਟਡ ਸੀ, ਆਜ਼ਾਦੀ ਦੇ ਘੁਲਾਟੀਏ ਸੀ, ਯੋਧੇ ਸੀ ਆਜ਼ਾਦੀ ਦੇ। ਉਹ ਕੁਛ ਮਰ ਗਏ ਉਹਨਾਂ ਵਿੱਚੋਂ, ਕੁਛ ਉਹ ਜਿਹੜੇ ਹੈਗੇ ਓਲਡ ਹੋ ਗਏ, ਬੁੱਢੇ ਹੋ ਗਏ। ਉਹ ਨਵੀਂ ਲੀਡਰਸ਼ਿਪ ਆ ਗਈ। ਨਵੀਂ ਲੀਡਰਸ਼ਿਪ ਨਾਲ ਰਾਜ ਪ੍ਰਬੰਧ ਦੇਖਿਆ ਸੀ ਸਾਰਾ, ਵੀ ਰਾਜ ਇੱਦਾਂ ਕਰੀਦਾ, ਇੱਦਾਂ ਐਸ਼ ਕਰੀਆਂ ਬੜੀਆਂ ਹਵੇਲੀਆਂ ਦੇ ਵਿੱਚ ਜਾ ਕੇ ਜਾ। ਸੋ ਪੁਰਾਣੀ ਲੀਡਰਸ਼ਿਪ ਦੇ ਖਤਮ ਹੋਣ ਦੇ ਨਾਲ ਨਵੀਂ ਲੀਡਰਸ਼ਿਪ ਦੇ ਵਿੱਚ ਉਹ ਸਪਿਰਿਟ ਨਾਲ ਉਹਨੇ ਪੰਜਾਬ ਦਾ ਕੰਮ ਨਹੀਂ ਕੀਤਾ ਹੈ ਜਿੱਦਾਂ ਪੰਜਾਬ ਨੂੰ ਆਜ਼ਾਦ ਕਰਾਉਣ ਦਾ ਕੰਮ ਕੀਤਾ। ਆਜ਼ਾਦੀ ਆਉਣ ਤੱਕ ਜਿਹੜੀ ਸੀਗੀ ਮਿਸਲਾਂ ਦਾ ਕਿਰਦਾਰ ਨੰਬਰ 1, ਪਰ ਆਜ਼ਾਦੀ ਤੋਂ ਬਾਅਦ ਜਦ ਰਾਜ ਸੱਤਾ ਹੱਥ ਵਿੱਚ ਆ ਗਈ ਫਿਰ ਉਹ ਸਪਿਰਿਟ ਨਾਲ ਕੰਮ ਨਹੀਂ ਹੋਇਆ ਜਾ ਕੇ। ਫਿਰ ਉੱਦਾਂ ਦਾ ਰਾਜ ਪ੍ਰਬੰਧ ਨਹੀਂ ਉਹ ਦੇ ਸਕੇ ਜਿੱਦਾਂ ਦਾ ਲੋਕਾਂ ਨੂੰ ਆਸ ਸੀਗੀ ਜਾ ਕੇ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਕੱਢਾਂਗੇ, ਮੁਗਲਾਂ ਨੂੰ ਕੱਢਾਂਗੇ, ਫਿਰ ਇੱਥੇ ਇੱਕ ਵਧੀਆ ਰਾਜ ਹੋਊਗਾ ਆਪਣਾ। ਉਹ ਫਿਰ ਮਿਸਲਾਂ ਨਹੀਂ ਦੇ ਸਕੀਆਂ ਰਾਜ, ਉਹ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉਹ ਰਾਜ ਦਿੱਤਾ। ਹੁਣ ਤੁਸੀਂ ਇੱਕ ਗੱਲ ਦੇਖੋ, ਇੱਥੇ ਦੇਖਣ ਵਾਲੀ ਗੱਲ ਆ ਜੋ ਮੈਂ ਸਾਰਾ ਪੰਜਾਬ ਦਾ ਹਾਲ ਦੱਸਿਆ ਜਾ ਕੇ, ਇਹ ਮਹਾਰਾਜਾ ਰਣਜੀਤ ਸਿੰਘ ਨੂੰ ਵਿਰਸੇ ਵਿੱਚ ਇਹ ਮਿਲਿਆ। ਹੁਣ ਉਸ ਮਹਾਨ ਬੰਦੇ ਦੀ, ਮਹਾਨ ਬਾਦਸ਼ਾਹ ਦੀ ਦੇਖੋ ਜਾ ਕੇ ਜਿਹੜੇ ਇੱਦਾਂ ਦੇ ਰਾਜ ਨੂੰ ਸੈੱਟ ਕੀਤਾ। ਯਾਰ ਟੁੱਟ ਭੱਜ ਸਾਰੀ ਠੀਕ ਹੈ ਹੀ ਕੁਛ ਨਾ ਸੀ। ਤਿੰਨ ਸਾਹਿਬ ਜਾ ਕੇ ਉਸ ਵੇਲੇ, ਜਿਸ ਵੇਲੇ ਮਹਾਰਾਜਾ ਸਾਹਿਬ ਆਏ ਆ, ਉਸ ਵੇਲੇ ਨਾ ਐਡਮਿਨਿਸਟ੍ਰੇਸ਼ਨ ਆ, ਨਾ ਇਕੋਨੋਮੀ ਆ, ਨਾ ਕੋਈ ਅਨਪੜ੍ਹ, ਕੋਈ ਪੜ੍ਹਿਆ ਲਿਖਿਆ, ਕੋਈ ਹੈ ਹੀ ਕੁਛ ਨਹੀਂ ਹੈ ਜਾ ਕੇ। ਸੋ ਮਹਾਰਾਜਾ ਸਾਹਿਬ ਨੂੰ ਜਿਹੜੀ ਵਿਰਸੇ ਵਿੱਚ ਚੀਜ਼ ਮਿਲੀ ਉਹ ਕੋਈ ਬਹੁਤ ਵਧੀਆ ਚੀਜ਼ ਨਹੀਂ ਮਿਲੀ ਹੈ ਵੀ ਇੱਕ ਬਹੁਤ ਚੱਲਦਾ ਪੁਰਜਾ ਰਾਜ ਪਿਆ। ਉਹ ਸਾਰਾ ਉਹਨੇ ਆਪ ਕ੍ਰੀਏਟ ਕੀਤਾ, ਸਾਰਾ ਉਹਨੇ ਆਪ ਉਹਨੂੰ ਜਿਹੜਾ ਹੈਗਾ ਆ ਆਪ ਇਕੋਨੋਮੀ ਵੀ ਆਪ ਸੈੱਟ ਕੀਤੀ, ਐਡਮਿਨਿਸਟ੍ਰੇਸ਼ਨ ਵੀ ਆਪ। ਬੰਦੇ ਨਹੀਂ ਸੀ ਮਿਲਦੇ ਉਹਨਾਂ ਨੂੰ, ਤਾਂ ਉਹਨੂੰ ਪਤਾ ਨਹੀਂ, ਜਿਹੜੇ ਹਿਸਾਬ ਕਰਨ ਵਾਲੇ ਨਹੀਂ ਸੀ ਮਿਲਦੇ, ਦੀਵਾਨ ਨਹੀਂ ਸੀ ਮਿਲਦੇ ਹੈਗੇ, ਬਾਹਰੋਂ ਲਿਆਂਦੇ, ਕੋਈ ਕਿਤਿਓਂ ਲਿਆਂਦਾ, ਕੋਈ ਕਿਤਿਓਂ ਲਿਆਂਦਾ, ਕੋਈ ਕਾਬਲ ਤੋਂ ਲਿਆਂਦਾ, ਕੋਈ ਦਿੱਲੀੋਂ ਲਿਆਂਦਾ, ਕੋਈ ਉਹ ਮਰਾਠਿਆਂ ਤੋਂ ਲਿਆ, ਕਿਤੇ ਕੁਛ ਆਪ ਟ੍ਰੇਨ ਕੀਤੇ, ਯੂਰਪ ਤੋਂ ਲਿਆਂਦੇ, ਦੂਏ ਵੀ ਲਿਆਂਦੇ। ਸੋ ਇਹ ਜਿਹੜਾ ਸੀਗਾ ਉਸ ਵੇਲੇ ਇਹ ਹੋਇਆ ਨਹੀਂ ਹੈ। ਸੋ ਮੇਰਾ ਇਹ ਕਹਿਣ ਤੋਂ ਮਤਲਬ ਆ ਵੀ ਮਿਸਲਾਂ ਦਾ ਜਿਹੜਾ ਰਾਜ ਪ੍ਰਬੰਧ ਆ ਉਹ ਚੰਗਾ ਨਹੀਂ ਸੀ। ਫਿਰ ਸਭ ਇਹਦੀ ਹੁਣ ਆਪਾਂ ਕਲੋਜ਼ਿੰਗ ਦੇ ਵਿੱਚ ਪਰਟੀਕੁਲਰਲੀ ਜਿਹੜੀ ਮਿਸਲਾਂ ਦਾ ਜੋ ਵਰਤਾਓ ਰਿਹਾ ਉਸ ਸਮੇਂ, ਜਿਹੜੀ ਮਿਸਮੈਨੇਜਮੈਂਟ ਜਾਂ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਘਾਟ ਰਹੀ, ਉਹਨੂੰ ਫਿਰ ਕਿਸ ਰੰਗ ਦੇ ਵਿੱਚ ਬਦਲਿਆ ਗਿਆ? ਇੱਕ ਤਾਂ ਆਪਾਂ ਨੂੰ ਇਸ ਗੱਲ 'ਤੇ ਜ਼ਰੂਰ ਕਲੀਅਰ ਰਹਿਣਾ ਚਾਹੀਦਾ ਵੀ ਪੰਜਾਬ ਨੂੰ ਜਿਹੜਾ ਆਜ਼ਾਦ ਕਰਵਾਇਆ ਉਹ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਕਰਾਇਆ। ਪੰਜਾਬ ਨੂੰ ਆਜ਼ਾਦ ਮਿਸਲਾਂ ਨੇ ਕਰਾਇਆ। ਇਹ ਪੰਜਾਬ ਨੂੰ ਮਹਾਰਾਜੇ ਨੂੰ ਸਹੀ ਮਾਇਨੇ ਵਿੱਚ, ਜਿੱਥੇ ਆਪਾਂ ਕਹਿੰਦੇ ਹਾਂ ਮਿਸਲਾਂ ਦਾ ਮਿਸਰੂਲ ਸੀਗਾ, ਉੱਥੇ ਮਿਸਲਾਂ ਦੀ ਆਹ ਕੰਟਰੀਬਿਊਸ਼ਨ ਆ ਵੀ ਮਿਸਲਾਂ ਨੇ ਇੱਕ ਕਿਸਮ ਨਾਲ ਜਿੱਤ ਕੇ ਮਹਾਰਾਜੇ ਨੂੰ ਦਿੱਤਾ ਵੀ ਪੰਜਾਬ ਹਾਲ ਜਿੱਤ ਕੇ ਦੇ ਦਿੱਤਾ ਸੀ ਪੰਜਾਬ। ਸੋ ਪੰਜਾਬ ਨੂੰ ਜਿਹੜਾ ਜਿੱਤਿਆ ਉਹ 12 ਮਿਸਲਾਂ ਨੇ ਜਿਹੜਾ ਮੇਨਲੀ ਜਿੱਤਿਆ। ਇਹਦਾ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ। 11+1 ਉਹਨੂੰ ਤਾਂ ਕਹਿੰਦੇ ਆ ਹਾਂ ਕਿ ਇੱਕ ਇੱਧਰ ਇੱਧਰ ਇਸ ਪਾਸੇ ਸੀ ਜਿੱਥੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਨਹੀਂ ਗਿਆ। ਇੱਕ ਮਿਸਲ ਉੱਧਰਲੇ ਪਾਸੇ ਸੀ, ਫੁਲਕੀਆਂ ਮਿਸਲ ਜਿਹੜੀ ਮਾਲਵੇ ਵਿੱਚ ਸੀਗੀ। ਸੋ ਇਹ ਜਿਹੜਾ ਮਿਸਲ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਜਿੱਤਣ ਨੂੰ ਬਹੁਤਾ ਜ਼ੋਰ ਨਹੀਂ ਲਾਉਣਾ ਪਿਆ। ਉਹ ਤਾਂ ਛੋਟੀਆਂ ਕੁਛ ਰਿਆਸਤਾਂ ਵਗੈਰਾ, ਮੁਲਤਾਨ ਵਗੈਰਾ ਸੀ ਜਿਹੜੇ ਇਹ ਮਿਸਲਾਂ ਨੇ ਜਿੱਤ ਕੇ ਦੇ ਦਿੱਤਾ ਸੀ ਉਹਨਾਂ ਨੂੰ। ਇਹ ਮਿਸਲਾਂ ਦੀ ਕੰਟਰੀਬਿਊਸ਼ਨ ਹੈ ਪੰਜਾਬ ਨੂੰ, ਵੀ ਪੰਜਾਬ ਨੂੰ ਉਹਨੇ ਆਜ਼ਾਦ ਕਰਵਾਇਆ ਜਾ ਕੇ। ਬਾਕੀ ਇਹ ਠੀਕ ਹੈ ਉਸ ਵੇਲੇ ਫਿਰ ਉਹ ਗੱਲ ਨਹੀਂ ਰਹੀ, ਫਿਰ ਗੁਰਮਤੇ ਦੀ ਵੀ ਉਹ ਪੋਜੀਸ਼ਨ ਨਾ ਰਹੀ ਜਾ ਕੇ। ਪਹਿਲਾਂ ਤਾਂ ਇਹ ਹੁੰਦਾ ਸੀਗਾ ਵੀ ਹਰ ਬੰਦਾ ਗੁਰਮਤੇ ਦੀ ਕੋਈ ਵਾਇਲੇਸ਼ਨ ਕਰੇ ਹੀ ਨਹੀਂ ਸੀ ਸਕਦਾ। ਫਿਰ ਜਿਹੜੇ ਆ ਸਰਦਾਰ ਪਹਿਲਾਂ ਤਾਂ ਗੁਰਮਤਾ ਕਰਦੇ ਹੀ ਨਹੀਂ ਸੀ ਹੁੰਦੇ, ਸਰਬੱਤ ਖਾਲਸਾ ਲਾਉਣੋਂ ਹੀ ਹਟ ਗਏ। ਅੱਛਾ ਹਾਂ, ਫਿਰ ਜੇ ਲਾਉਣਾ ਹੈਗਾ ਤਾਂ ਜਿਹਦੇ ਹਿੱਤਾਂ ਦੇ ਵਿੱਚ ਨਹੀਂ ਸੀ ਉਹ ਮੰਨਣੋਂ ਹਟ ਗਏ। ਫਿਰ ਉਹ ਆਪਸ ਵਿੱਚ ਲੜਨ ਲੱਗ ਪਏ ਜਿਹੜੇ ਸੀਗੇ ਮਿਸਾਲਦਾਰ ਸੀਗੇ ਉਹ ਸੀ। ਇਸ ਕਰਕੇ ਸਿਸਟਮ ਤਾਂ ਧਰਮ ਬਰਮ ਹੋ ਗਿਆ ਸਾਰਾ, ਪਰ ਜਿੱਤਿਆ ਤਾਂ ਸੀ ਨਾ ਸਾਰਾ ਜਾ ਕੇ। ਇਹ ਜਿੱਤਿਆ ਸਾਰਾ ਜਿਹੜਾ ਸੀਗਾ ਉਹ ਹੀ ਨਹੀਂ ਜਿੱਤਿਆ। ਹੁਣ ਤੁਸੀਂ ਦੇਖੋ, ਪਰ ਮੈਂ ਸੁਣਿਆ ਵੀ ਇੰਨਾ ਸੌਖਾ ਵੀ ਨਹੀਂ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੂੰ, ਕਿਉਂਕਿ ਉਹ ਰੈਜ਼ਿਸਟ ਵੀ ਕਰਨ ਵਾਲੀਆਂ ਵਿੱਚ ਪਾਕਟ ਸੀਗੀ। ਮੈਂ ਤੁਹਾਨੂੰ ਦੱਸਦਾ ਉਹ ਜਿਹੜੀਆਂ ਪਾਕਟ ਸੀਗੀਆਂ ਬਹੁਤ ਕਸੂਰ ਰੱਖ ਲਓ, ਕਸੂਰ ਸੀਗੀ ਇੱਕ ਪਾਕਟ ਕਹਿ ਸਕਦੇ ਹਾਂ, ਜਾਂ ਪਿੱਛੇ ਇੱਧਰ ਮੁਲਤਾਨ ਸੀਗੀ, ਮੁਲਤਾਨ ਪਾਵਰਫੁਲ ਸੀਗੀ, ਠੀਕ ਹੈ। ਪਰ ਜਿਹੜਾ ਮੇਨ ਇਲਾਕਾ ਸੀਗਾ ਜਿੱਥੇ ਮਹਾਰਾਜੇ ਨੇ ਰਾਜ ਕੀਤਾ ਉਹ ਮਿਸਲਾਂ ਨੇ ਜਿੱਤਿਆ ਸੀਗਾ ਪਹਿਲਾਂ। ਉਹ ਜਿਹੜਾ ਲਾਹੌਰ ਅੰਮ੍ਰਿਤਸਰ ਜਿਹੜਾ ਸੀ ਇਹ ਸਾਰਾ ਮਿਸਲਾਂ ਨੇ, ਲਾਹੌਰ ਅੰਮ੍ਰਿਤਸਰ ਸਿਆਲਕੋਟ ਗੁਜਰਾਂਵਾਲਾ ਇਹ ਸਾਰੇ ਇਲਾਕੇ ਨਹੀਂ ਜਿੱਤੇ ਸੀ। ਨਹੀਂ, ਜਿਹੜੀ ਮਿਸਲਾਂ ਵੀ ਸੀਗੀਆਂ ਜਿਹੜੀਆਂ ਸਿੱਖ ਲੈਡ ਮਿਸਲਾਂ ਸੀ, ਸਿੱਖਾਂ ਦੇ ਕੰਟਰੋਲ 'ਚ ਸੀ,
ਉਹ ਈਜ਼ੀਲੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਐਕਸੈਪਟ ਕਰ ਲਿਆ ਜਾਂ ਕਿ ਉਦੋਂ ਵੀ ਉਹਨਾਂ ਨੇ ਰੈਜ਼ਿਸਟ ਕੀਤਾ? ਉਹਦੇ ਵਿੱਚ ਇਹ ਆ, ਆਪਾਂ ਮਹਾਰਾਜਾ ਸਾਹਿਬ ਦਾ ਕਿਤੇ ਗੱਲ ਕਰਾਂਗੇ, ਉਹਦੇ ਵਿੱਚ ਉਹਨੇ ਮਹਾਰਾਜਾ ਸਾਹਿਬ ਨੇ ਜਦ 2 prong ਜਾਂ 3 prong ਪਾਲਿਸੀ ਅਪਣਾਈ ਉਹਨੇ ਇੱਦਾਂ ਵੀ ਕੀਤਾ, ਕਈਆਂ ਨਾਲ ਤਾਂ ਉਹਨੇ ਸੁਲ੍ਹਾ ਕਰ ਲਈ, ਜਿੱਦਾਂ ਹੁਣ ਇਹ ਕਪੂਰਥਲੇ ਵਾਲੇ ਦੇ ਨਾਲ, ਇਹਨਾਂ ਨਾਲ ਆਲੂਵਾਲੀਆਂ ਨਾਲ ਸੁਲ੍ਹਾ ਕਰ ਲਈ ਕਈ, ਠੀਕ ਹੈ ਨਾ। ਤੇ ਉਹ ਕਈਆਂ ਨੂੰ ਨਾਲ ਜਾ ਕੇ ਉਹਨੇ ਇੱਦਾਂ ਦਬਾ ਵੀ ਲਿਆ। ਅੱਛਾ। ਤੇ ਕਈਆਂ ਨਾਲ ਰਿਸ਼ਤੇਦਾਰੀ ਕਰ ਲਈ, ਜਿੱਦਾਂ ਕਨਈਆ ਮਿਸਲ ਨਾਲ ਕਰ ਲਈ, ਨਕਈ ਮਿਸਲ ਨਾਲ ਕਰ ਲਈ, ਵਿਆਹ ਹੋ ਗਿਆ, ਦੂਏ ਕਰ ਲਏ, ਉਹਨਾਂ ਨੂੰ ਆਪਸ ਵਿੱਚ ਕਰ ਲਿਆ ਕਬੇ। ਤੇ ਬਹੁਤੀਆਂ ਕਈ ਜਿਹੜੀਆਂ ਛੋਟੇ ਕੋਈ ਮਿਸਲਾਂ ਦੇ ਵਿੱਚ ਵੀ ਗਾਹਾਂ ਫਿਰ ਹੋਰ ਜਥੇ ਜਿਹੇ ਬਣ ਗਏ ਸੀਗੇ। ਪਰ ਮਹਾਰਾਜਾ ਸਾਹਿਬ ਦਾ ਪਹਿਲਾਂ ਦਬਦਬਾ ਵੀ ਸੀਗਾ ਆਪਣੀ ਮਿਸਲ ਦਾ। ਦੇਖੋ ਮਹਾਰਾਜਾ ਸਾਹਿਬ ਆਪਣੀ ਮਿਸਲ ਦੇ, ਦੇਖੋ 1780 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, 1791 ਚ ਉਹਨਾਂ ਨੂੰ ਰਾਜ ਸਾਂਭਣਾ ਪੈ ਗਿਆ ਡਿਊ ਟੂ ਦੀ ਡੈਥ ਆਫ ਹਿਸ ਫਾਦਰ ਜਾ ਕੇ। ਉਹ ਫਿਰ ਮਹਾਰਾਜੇ ਨੂੰ ਸ਼ੁਕਰ ਚੱਕੀਆ ਮਿਸਲ ਜਿਹੜੀ ਆ ਉਹ ਉਹਨਾਂ ਨੂੰ ਵਿਰਸੇ 'ਚ ਮਿਲੀ ਆ, ਉਹ ਉਹਨਾਂ ਨੂੰ ਵਿਰਸੇ ਵਿੱਚ ਮਿਲੀ ਆ। ਫਿਰ ਉਹ ਸ਼ੁਕਰ ਚੱਕੀਆ ਮਿਸਲ ਤੋਂ ਫਿਰ ਉਹਨੇ ਸਾਰੇ ਪੰਜਾਬ ਨੂੰ ਕਬਜ਼ਾ ਕੀਤਾ, ਕਾਬੂ ਕੀਤਾ ਸਾਰੇ ਪੰਜਾਬ ਨੂੰ, ਬਾਕੀ ਦੀਆਂ ਮਿਸਲਾਂ ਦੇ ਵਿੱਚ ਵੀ। ਫਿਰ ਬਾਕੀ ਜਿਹੜੇ ਮੁਸਲਮਾਨ ਰਾਜੇ ਵੀ ਸੀਗੇ ਜਾਂ ਇੱਧਰੋਂ ਅਫਗਾਨ ਆਉਂਦੇ ਸੀ ਜਾਂ ਦੂਜੇ ਆਉਂਦੇ ਸੀਗੇ, ਉਹਨਾਂ ਦੇ ਨਾਲ ਉਹਨੇ ਮੁਕਾਬਲਾ ਕੀਤਾ। ਹੁਣ ਇਹ ਤਾਂ ਖਤਮ ਤਾਂ ਹੀ ਨਹੀਂ ਕਰ ਦਿੱਤੇ ਸੀਗੇ। ਹੁਣ ਉਹ ਜਿਹੜੇ ਮਿਸਲਾਂ ਦੇ ਟਾਈਮ 'ਚ ਇੰਨਾ ਸੀਗਾ ਵੀ ਉਹ ਜੇ ਉਹ ਤੋਂ ਹਮਲੇ 'ਚ ਆਏ ਵੀ ਆ, ਤੈਮੂਰ ਸ਼ਾਹ ਬਾਅਦ ਦੇ ਵਿੱਚ ਆਇਆ ਵੀ ਆ, ਜ਼ਮਾਨ ਸ਼ਾਹ ਆਇਆ ਵੀ, ਉਹਦਾ ਪੋਤਾ ਆਇਆ ਵੀ ਆ, ਪਰ ਉਹ ਕਮਜ਼ੋਰ ਹੋਏ ਸੀ ਬਹੁਤ। ਉਹਨਾਂ 'ਚ ਉਹ ਪਾਵਰ ਨਹੀਂ ਸੀ ਰਹਿ ਗਈ ਹੈਗੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੇ ਵਿੱਚ ਸੀਗੀ। ਪਰ ਜਦੋਂ ਮਿਸਲਾਂ ਦੇ ਜਿਹੜੇ ਲੀਡਰ ਸੀ ਉਹ ਮਹਾਰਾਜ ਸਾਹਿਬ ਨਾਲ ਰਲੇ ਆ, ਉਹਨਾਂ ਨੇ ਫਿਰ ਕੋਈ ਸ਼ਰਤਾਂ ਵੀ ਰੱਖੀਆਂ ਵੀ ਸਾਨੂੰ ਵਜ਼ੀਰ ਬਣਾਓ ਜੀ, ਸਾਨੂੰ ਇਹ ਕਰੋ? ਉਹਨੇ ਵਜ਼ੀਰ ਬਣਾਓ ਨਹੀਂ, ਵੈਸੇ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਜ਼ਗੀਰਾਂ ਦੇ ਦਿੱਤੀਆਂ ਸੀ ਬਹੁਤ। ਨਾਟ ਓਨਲੀ ਉਹਨਾਂ ਨੂੰ, ਮਹਾਰਾਜਾ ਸਾਹਿਬ ਨੇ ਜਿਹੜੇ ਮੁਸਲਮਾਨ ਜਿੱਤੇ ਮੁਸਲਮਾਨ ਵੀ ਨਵਾਬ ਜਾਂ ਦੂਜੇ ਜਾਂ ਕਸੂਰ ਵਾਲੇ ਜਿਹਨਾਂ ਨੂੰ ਜਿੱਤਦੇ ਸੀਗੇ ਨਾ, ਉਹਨਾਂ ਨੂੰ ਮਾਰਦੇ ਨਹੀਂ ਸੀ, ਇੰਨੀ ਲੇਟ ਨਹੀਂ ਸੀ ਕਰਦੇ, ਉਹਨਾਂ ਨੂੰ ਫਿਰ ਉਹਨਾਂ ਦੇ ਜੋਗੇ ਪਿੰਡ ਦੇ ਦਿੰਦੇ ਹੁੰਦੇ ਸੀ ਵੀ ਚਲੋ ਤੁਸੀਂ ਇੰਨੇ ਕੁ ਦਾ ਗੁਜ਼ਾਰਾ ਤੁਹਾਡਾ ਹੋਈ ਜਾਣਾ ਜਾ ਕੇ। ਇਹੀ ਬਸ ਉਹਨਾਂ ਦੇ ਕਰੂਲ ਰੂਲਰ ਨਹੀਂ ਹੈ। ਜੇ ਕਿਸੇ ਨੂੰ ਜਿੱਤਦੇ ਸੀ ਤਾਂ ਬਾਅਦ ਦੇ ਵਿੱਚ ਉਹਨੂੰ ਕਹਿੰਦੇ ਫਿਰ ਚੱਲ ਠੀਕ ਹੈ ਤੂੰ ਆ ਲੈ, ਇੰਨੇ ਕੁ ਕਰੀ ਜਾ, ਹੁਣ ਜਾ ਕੇ ਮੈਨੂੰ ਇੰਨੇ ਦੇ ਦਿਆ ਕਰੀ ਵਿੱਚੋਂ ਜਾ ਕੇ। ਤੇ ਜ਼ਿਆਦਾ ਜਿਹੜਾ ਹੈਗਾ ਮਹਾਰਾਜਾ ਸਾਹਿਬ ਨੇ ਇਕੋਨਮੀ ਸੈੱਟ ਇੱਦਾਂ ਕੀਤੀ ਜ਼ਿਆਦਾ ਵੀ ਪੈਸੇ ਨਾਲੇ, ਜਿੱਦਾਂ ਜੁਡੀਸ਼ਰੀ ਵੀ ਜ਼ਿਆਦਾ ਜੁਰਮਾਨਾ, ਸ਼ੁਕਰਾਨਾ, ਨਜ਼ਰਾਨਾ ਉਹ ਸਾਰੇ ਲਾ ਕੇ ਇੱਦਾਂ ਕਰ ਲੈਂਦੇ ਹੁੰਦੇ ਸੀ। ਜਿੰਨਾ ਪੈਸੇ ਹੈ ਹੀ ਨਹੀਂ ਸੀ ਕੁਛ, ਸਟੇਟ ਕੋ ਕਿੱਥੇ ਪੈਸੇ। ਅੱਛਾ, ਹੁਣ ਇੱਕ ਗੱਲ ਮੈਂ ਇੱਥੇ ਕਲੀਅਰ ਕਰਨੀ ਚਾਹੁੰਦਾ ਥੋੜ੍ਹੀ ਜਿਹੀ। ਉਹ ਗੱਲ ਇਹ ਹੈਗੀ ਆ ਵੀ ਸਿੰਘ ਸਾਹਿਬ, ਸਿੱਖੀ ਦੇ ਵਿੱਚ ਬਾਦਸ਼ਾਹੀ ਜਾਂ ਮਹਾਰਾਜੇ ਦਾ ਕੌਨਸੈਪਟ ਹੈ ਨਹੀਂ। ਸਿੱਖਾਂ ਦੇ ਵਿੱਚ ਡੈਮੋਕ੍ਰੈਟਿਕ ਕੌਨਸੈਪਟ ਹੈ, ਬਿਲਕੁਲ ਪੰਜ ਪਿਆਰਿਆਂ ਦਾ ਕੌਨਸੈਪਟ ਆ, ਸੰਗਤ ਹੈ। ਸੰਗਤ ਨੇ 5 ਪਿਆਰੇ ਕਲੈਕਟਿਵ ਲੀਡਰਸ਼ਿਪ ਦਾ ਹੈ। ਹੁਣ ਅਸੀਂ ਇਹ ਕਹਿੰਦੇ ਜੀ ਫਿਰ ਮਹਾਰਾਜਾ ਤਾਂ ਫਿਰ ਇਹਦਾ ਮਤਲਬ ਹੋਇਆ ਵੀ ਐਂਟੀ ਸਿੱਖ ਹੋਈ ਗੱਲ ਜਾ ਕੇ। ਦੇਖੋ ਸਵਾਲ ਉੱਠਦਾ, ਬੰਦੇ ਜਿਹੜਾ ਦਲੀਲ ਦਾ ਰੈਸ਼ਨਲ ਬੰਦਾ ਇਹ ਕਹੂਗਾ ਜਾ ਕੇ ਕਿੱਦਾਂ ਉੱਠਦਾ। ਹੁਣ ਤੁਸੀਂ ਇਹ ਦੇਖੋ ਇਹ ਮਹਾਰਾਜਾ ਸਾਹਿਬ ਨੇ ਕਿਉਂ ਰਾਜ ਕਾਇਮ ਕੀਤਾ ਔਰ ਕਿੱਦਾਂ ਰਾਜ ਕਾਇਮ ਹੋਇਆ। ਇਹਦੇ ਵਿੱਚ ਸਿੱਖ ਮਿਸਲਾਂ ਨੇ ਤਕਰੀਬਨ ਉਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਸਿੱਖ ਪੋਲਿਟਿਕਸ ਸੀਗੀ, ਕਲੈਕਟਿਵ ਲੀਡਰਸ਼ਿਪ, ਸੰਗਤ ਦਾ ਰਾਜ, ਉਹ ਨਹੀਂ ਚੱਲਿਆ। ਉਹ ਕੋਸ਼ਿਸ਼ ਕੀਤੀ ਉਹਨੇ ਕਰਨ ਦੀ, ਜਾ ਕੇ ਗੁਰਮਤਾ ਵੀ ਕਰਕੇ ਦੇਖਿਆ, ਸੰਗਤ ਦਾ ਰਾਜ ਵੀ ਕਰਕੇ ਦੇਖਿਆ, ਉਹ ਨਹੀਂ ਚੰਗੇ। ਆਪਣੀ ਜਾ ਕੇ ਉਹ ਲੋਕ ਜਿਹੜੇ ਆ ਮਾਨਸਿਕ ਤੌਰ ਤੇ ਰੈਡੀ ਨਹੀਂ ਸੀ ਉਸ ਕਿਸਮ ਦੇ। ਗੁਰੂ ਸਾਹਿਬ ਨੇ ਟਾਈਮ ਤੋਂ ਬਹੁਤ ਪਹਿਲਾਂ ਦੀ ਗੱਲ ਕਰ ਦਿੱਤੀ, ਮਿਸਲਾਂ ਨੇ ਕੋਸ਼ਿਸ਼ ਕੀਤੀ ਵੀ ਉਸ ਹਿਸਾਬ ਨਾਲ ਚਲਾਈਏ, ਨਹੀਂ ਚੱਲਿਆ ਜਾ ਕੇ ਉਸ ਹਿਸਾਬ ਨਾਲ ਰਾਜ ਆਪੋ ਤਾਂ ਪੈ ਗਈ ਸਾਰੀ। ਸੋ ਮਹਾਰਾਜਾ ਸਾਹਿਬ ਜਦ ਆਏ, ਮਹਾਰਾਜਾ ਸਾਹਿਬ ਨੇ ਦੇਖ ਲਿਆ ਵੀ ਇਹ ਨਹੀਂ ਚੱਲਣਾ ਇੱਧਰ, ਵੀ ਨਹੀਂ ਰਾਜ ਚੱਲਣਾ। ਪਰ ਫਿਰ ਉਹਨੇ ਕਿਹਾ ਵੀ ਰਾਜ ਇੱਦਾਂ ਹੀ ਮਹਾਰਾਜ ਚੱਲੂਗਾ, ਪਰ ਉਹ ਸਿੱਖੀ ਸਿਧਾਂਤਾਂ ਦੇ ਮੁਤਾਬਕ ਮੈਂ ਕੋਸ਼ਿਸ਼ ਕਰੂੰਗਾ ਚਲਾਉਣ ਦੀ। ਯਾਨੀ ਜਿਹੜੀ ਇਹ ਮਾਨਸਕੀ ਜ਼ਾਤ ਇੱਕ ਸਮਝ ਕੇ ਸਾਰਿਆਂ ਤੇ ਮੈਂ ਰਾਜ ਕਰੂੰਗਾ, ਇੱਦਾਂ ਨਹੀਂ ਕਰੂੰਗਾ ਵੀ ਕਿਸੇ ਤੇ ਜ਼ਿਆਦਤੀ ਹੋਊਗੀ। ਉਹਨਾਂ ਨੇ ਮਸਜਿਦਾਂ ਮੰਦਰਾਂ ਨੂੰ ਵੀ ਪੈਸੇ ਦਿੱਤੇ, ਉਹਨੇ ਸਾਰਿਆਂ ਦਾ ਕੀਤਾ ਜਾ ਕੇ, ਕਿਉਂਕਿ ਉਹਨੇ ਫਿਰ ਸਿੱਖੀ ਸਿਧਾਂਤਾਂ ਦੇ ਮੁਤਾਬਕ ਕੀਤਾ। ਪਰ ਉਹ ਨਹੀਂ ਦੇਖ ਲਿਆ ਸੀ ਵੀ ਉਹ ਨਹੀਂ ਚੱਲਣਾ ਹੈ, ਕਿਉਂਕਿ ਉਹ ਸਮੇਂ ਤੋਂ ਪਹਿਲਾਂ ਦੀ ਗੱਲ ਸੀਗੀ ਜਾ ਕੇ, ਠੀਕ ਹੈ। ਉਹ ਹੁਣ ਦੀ ਗੱਲ ਆ, ਜੋ ਗੁਰੂ ਸਾਹਿਬ ਨੇ 300 ਸਾਲ ਪਹਿਲਾਂ ਦੀ ਗੱਲ ਕੀਤੀ, ਉਹ ਹੁਣ ਦੇ ਟਾਈਮ ਦੇ ਵਿੱਚ ਹੈ। ਹੁਣ ਦੇ ਟਾਈਮ ਦੇ ਵਿੱਚ ਜਿਹੜਾ ਵੀ ਸਿੱਖਾਂ ਦਾ ਰਾਜ ਆਊਗਾ ਉੱਦਾਂ ਹੀ ਆਊਗਾ, ਜੇ ਆਇਆ, ਠੀਕ ਹੈ ਨਾ, ਉੱਦਾਂ ਹੀ ਆਊਗਾ, ਡੈਮੋਕ੍ਰੈਟਿਕ ਆਊਗਾ। ਹੁਣ ਬਾਦਸ਼ਾਹ ਨਹੀਂ ਬਣਨਾ ਹੈ ਕੋਈ ਵੀ, ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਕਹਿ ਦਿੱਤਾ ਸੀ ਵੀ ਨਹੀਂ ਬਈ ਰਾਜਨ ਕੋ ਮੈਂ ਰੰਕ ਬਣਾਊਂ, ਇਹ ਤਾਂ ਹੇਠਾਂ ਸਿੱਟਣੇ ਆ ਜਿਹੜੇ ਰਾਜੇ ਅਸੀਂ ਕਹਿ ਨਾ ਜਾ ਕੇ। ਸੋ ਮਹਾਰਾਜਾ ਸਾਹਿਬ ਦਾ ਇਸ ਕਰਕੇ ਹੋਇਆ ਸੀ ਕਿ ਮਹਾਰਾਜਾ ਸਾਹਿਬ ਦੇ ਪਿਛਲੇ 50 ਸਾਲ ਦਾ ਉਹਨੇ ਤਜਰਬਾ ਦੇਖ ਲਿਆ ਸੀ ਜਾ ਕੇ ਵੀ ਇਹ ਜਿਹੜਾ ਰਾਜ ਪ੍ਰਬੰਧ ਹੈ ਇੱਦਾਂ ਨਹੀਂ ਚੱਲਣਾ, ਰਾਜ ਪ੍ਰਬੰਧ ਇੱਦਾਂ ਚੱਲਣਾ, ਪਰ ਉਹਦੇ ਅਸੂਲ ਜਿਹੜੇ ਹੋਊਗੇ ਉਹ ਸਿੱਖੀ ਅਸੂਲਾਂ ਦੇ ਮੁਤਾਬਕ ਚੱਲੇ, ਜਿਹੜੇ ਗੁਰੂ ਸਾਹਿਬ ਨੇ ਅਸੂਲ ਦਿੱਤੇ ਉਹਨਾਂ ਦੇ ਮੁਤਾਬਕ ਉਹਨੂੰ ਚਲਾਇਆ ਜਾਊਗਾ, ਔਰ ਉਹਨੇ ਚਲਾਇਆ ਉਹਦੇ ਮੁਤਾਬਕ ਜਾ ਕੇ। ਸੋ ਇੱਕ ਤਾਂ ਇਹ ਜਿਹੜੀ ਦੂਜੀ ਗੱਲ ਸੀ। ਬਾਕੀ ਜਿਹੜੇ ਸੀਗੇ, ਦੇਖੋ ਮਹਾਰਾਜਾ ਸਾਹਿਬ ਦੀ ਜਿਹੜੀ ਬੜੀ ਕੰਟਰੀਬਿਊਸ਼ਨ ਇਹ ਹੈਗੀ ਆ ਵੀ ਉਹਨੇ ਜਿਹੜਾ ਅਫਗਾਨ ਫਲੱਡ ਆਉਂਦਾ ਹੁੰਦਾ ਸੀ ਉਹ ਰੋਕਤਾ।
ਉਹ ਕੱਲਾ ਰੋਕਿਆ ਨਹੀਂ, ਰੋਲ ਇਟ ਬੈਕ ਕੀਤਾ ਉਹਨਾਂ ਦੇ ਏਰੀਏ ਵਿੱਚ, ਪਿਸ਼ਾਵਰ ਤੱਕ ਚਲੇ ਗਏ ਜਾ ਕੇ। ਕੱਲਾ ਉਹਨੂੰ ਰੋਕਿਆ ਹੀ ਨਹੀਂ, ਆਪਣਾ ਇਲਾਕਾ ਬਚਾਇਆ ਹੀ ਨਹੀਂ ਕੱਲਾ। ਸੋ ਮਹਾਰਾਜਾ ਸਾਹਿਬ ਦੀ ਕੰਟਰੀਬਿਊਸ਼ਨ ਕੱਲੀ ਪੰਜਾਬ ਤੇ ਨਹੀਂ ਹੈ ਜਾ ਕੇ ਵੀ ਪੰਜਾਬ ਹੀ ਜਿੱਤਿਆ। ਉਹ ਪਿਸ਼ਾਵਰ ਤੱਕ ਗਏ ਜਾ ਕੇ, ਜਮਰੌਦ ਤੱਕ ਗਏ ਜਾ ਕੇ, ਜਿੱਥੋਂ ਸ਼ੁਰੂ ਹੁੰਦਾ ਖੈਬਰ ਪਾਸ ਜਾ ਕੇ ਜੀ, ਉੱਥੇ ਤੱਕ ਗਏ ਜਾ ਕੇ। ਜਮਰੌਦ ਦਾ ਕਿਲਾ ਜਾ ਕੇ ਹੈੱਡਕੁਆਟਰ ਬਣਾ ਲਿਆ, ਉੱਥੇ ਬਣਿਆ ਜਾ ਕੇ, ਜਮਰੌਦ ਤੱਕ ਗਏ ਜਾ ਕੇ। ਇੱਧਰੋਂ ਤੁਸੀਂ ਦੇਖੋ ਜਾ ਕੇ ਚਾਈਨਾ ਦੇ ਸਿੰਧਕਿਆਂਗ ਤੱਕ ਗਏ ਜਾ ਕੇ, ਲਦਾਖ ਤੱਕ ਗਏ ਜਾ ਕੇ। ਇੱਥੇ ਜਿਹੜੀ ਹੈਗੇ ਇੱਧਰ ਨੂੰ ਵਧੇ ਜਾ ਕੇ। ਸੋ ਸਿੱਖ ਰਾਜ ਜਿਹੜਾ ਮੈਂ ਪਿਛਲੀ ਵਾਰ ਦੱਸਿਆ ਵੀ ਸੀਗਾ, ਮੈਂ ਕਿਹਾ ਉਹਦਾ ਜਿਹੜਾ ਏਰੀਆ ਸੀ ਮਾਡਰਨ ਇਟਲੀ ਨਾਲੋਂ ਜ਼ਿਆਦਾ ਸੀਗਾ। ਔਰ ਉਹਦੀ ਕ੍ਰੀਏਸ਼ਨ ਕੀ, ਮਿਸਲਾਂ ਨੇ ਐਡਾ ਵੱਡਾ ਰਾਜ ਨਹੀਂ ਦਿੱਤਾ ਮਹਾਰਾਜੇ ਨੂੰ ਜਿੱਦਾਂ ਫਿਰ ਮਹਾਰਾਜੇ ਨੇ ਵਧਾ ਲਿਆ ਜਾ ਕੇ ਉਹ ਰਾਜ, ਠੀਕ ਹੈ ਨਾ। ਮਿਸਲਾਂ ਦਾ ਏਰੀਆ ਜਿਹੜਾ ਸੀਗਾ ਉਹ ਤਾਂ ਉਹੋ ਹੀ ਏਰੀਆ ਸੀਗਾ ਜਾ ਕੇ, ਉੱਥੇ ਤੱਕ ਦਾ ਏਰੀਆ ਸੀ। ਲਾਹੌਰ, ਅੰਮ੍ਰਿਤਸਰ, ਗੁਜਰਾਂਵਾਲਾ, ਸਿਆਲਕੋਟ ਜਾ ਕੇ ਇਹ ਏਰੀਆ ਸੀ। ਮੁਲਤਾਨ ਵੀ ਨਾ ਸੀ ਉਹਨਾਂ ਦੇ ਕੋਲ ਜਾ ਕੇ, ਉਹ ਵੀ ਨਾ ਸੀ, ਕਸੂਰ ਵੀ ਨਾ ਸੀ ਉਹਨਾਂ ਦੇ ਕੋਲ ਜਾ ਕੇ, ਉਹ ਸੀਗੇ। ਇਹ ਸਾਰਾ ਮਿਸਲਾਂ ਦਾ ਏਰੀਆ ਸੀ। ਪਰ ਇਹ ਏਰੀਆ ਜਿਹੜਾ ਸੀਗਾ ਇਹ ਮਿਸਲਾਂ ਨੇ ਜਿੱਤ ਕੇ ਮਹਾਰਾਜੇ ਦੇ ਕੋਲ ਆ ਗਿਆ। ਉਧਰ ਜਮਰੌਦ, ਉਧਰ ਚੀਨ ਨਾਲ, ਉਧਰ ਉਧਰ ਸਤਲੁਜ ਹੱਦ, ਉਧਰ ਫਿਰ ਸਿੰਧ ਤੱਕ, ਸ਼ਿਕਾਰਪੁਰ ਨਾਟ ਇਨਕਲੂਡਿੰਗ ਬਟ ਸ਼ਿਕਾਰਪੁਰ ਤੱਕ ਇਹ ਏਰੀਆ ਸੀਗਾ। ਇਸ ਏਰੀਏ ਤੇ ਸਾਰਾ ਜਿਹੜਾ ਹੈਗਾ ਮਹਾਰਾਜੇ ਨੇ ਰਾਜ ਕੀਤਾ ਔਰ ਕ੍ਰੀਏਟ ਕੀਤਾ ਹੈ। ਥੋੜਾ ਜਿਹਾ ਮਿਸਲਾਂ ਤੋਂ ਲਿਆ। ਮਿਸਲਾਂ ਨੇ ਵੀ ਕਿਹੜਾ ਮਹਾਰਾਜੇ ਨੂੰ ਆਪਣੇ ਥਾਲੀ 'ਚ ਰੱਖ ਕੇ ਦੇ ਦਿੱਤਾ ਸੀਗਾ, ਉਹ ਵੀ ਮਹਾਰਾਜੇ ਨੇ ਸਟਰਗਲ ਕਰਕੇ ਲਿਆ ਨਾ ਸਾਰਾ, ਜਾਂ ਡਿਪਲੋਮੇਸੀ ਦੇ ਨਾਲ ਲਿਆ ਜਾਂ ਸਟਰਗਲ ਕਰਕੇ ਲਿਆ, ਕਿਸੇ ਤਰ੍ਹਾਂ ਲਿਆ ਜਾ ਕੇ। ਉਹ ਵੀ ਦੂਰਅੰਦੇਸ਼ੀ ਸੀ ਮਹਾਰਾਜਾ। ਤੁਸੀਂ ਇਹ ਸਾਰੇ ਐਪੀਸੋਡ ਦੇ ਵਿੱਚ ਪਹਾੜੀ ਰਾਜਿਆਂ ਬਾਰੇ ਨਹੀਂ ਦੱਸਿਆ, ਇਹਨਾਂ ਦਾ ਕੀ ਬਣਿਆ? ਕਿਉਂਕਿ ਇਹ ਵੀ ਆਪਣੇ ਆਪ ਨੂੰ ਛੋਟੀ ਸ਼ਕਤੀ ਸਮਝਦੇ ਸੀ। ਇਹ ਥਿੰਨ ਸਾਹਿਬ, ਇਹ ਮਹਾਰਾਜੇ ਨੇ, ਇਹਨਾਂ ਦਾ ਉਸ ਵੇਲੇ ਲੀਡਰ ਸੀ ਸੰਸਾਰ ਚੰਦ ਕਟੋਚ। ਇਹ ਸੰਸਾਰ ਚੰਦ ਕਟੋਚ ਨੂੰ ਮਹਾਰਾਜੇ ਨੇ ਫਿਰ ਜਿੱਤਿਆ। ਅੱਛਾ, ਹਾਂ, ਮਹਾਰਾਜੇ ਨੂੰ ਜਿੱਤਿਆ ਜਾ ਕੇ ਤਾਂ ਫਿਰ ਤੁਹਾਨੂੰ ਮਹਾਰਾਜ ਉਹਦੀਆਂ 2 ਲੜਕੀਆਂ ਦੇ ਨਾਲ ਸ਼ਾਦੀ ਵੀ ਕੀਤੀ। ਇਹ ਜਿਹੜੇ ਪਹਾੜੀ ਰਾਜੇ ਸੀਗੇ ਇਹ ਸਾਰੇ ਫਿਰ ਮਹਾਰਾਜੇ ਦੇ ਇਹ ਏਰੀਆ ਜਿੱਤ ਲਿਆ ਮਹਾਰਾਜੇ ਨੇ ਸਾਰਾ। ਇਹ ਫਿਰ ਇਹਨਾਂ ਛਤਰੀ ਹੇਠ ਆ ਗਏ, ਇਹਨਾਂ ਦੇ ਛਤਰੀ ਹੇਠ ਆ ਗਏ। ਸੋ ਇਹ ਹੁਣ ਜਿਹੜੇ ਇਹ ਰਾਜੇ ਸੀਗੇ ਨਾ, ਇਹ ਤੁਹਾਨੂੰ ਪਹਿਲਾਂ ਯਾਦ ਹੋਣਾ, ਅਸੀਂ ਇੱਕ ਵਾਰ ਕੀਤਾ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ, 10ਵੇਂ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਇਨੀ ਗੁਰੂ ਸਾਹਿਬ ਨੂੰ ਇਹ ਗੱਲ ਕਹੀ ਸੀਗੀ। ਇਨੀ ਗੁਰੂ ਸਾਹਿਬ ਨੇ ਇਹ ਕਹੀ ਸੀ ਵੀ ਤੁਸੀਂ ਕੀ ਆਹ ਹੇਠਾਂ ਗਰੀਬੜਾ ਲਈ ਫਿਰਦੇ ਆ ਜਾ ਕੇ ਸਾਡੇ ਨਾਲ ਮਗਰ ਲਾਇਓ, ਸਾਡੇ ਅਸੀਂ ਵੀ ਸ਼ੁੱਧ ਖੱਤਰੀਆਂ, ਤੁਸੀਂ ਵੀ ਸ਼ੁੱਧ ਖੱਤਰੀਆਂ, ਹਾਈ ਕਾਸਟ ਪੀਪਲ ਨੇ ਜਾ ਕੇ, ਤੇ ਅਸੀਂ ਰਾਜ ਕਰਦੇ ਸਾਰੇ ਪੰਜਾਬ। ਉੱਥੇ ਉਹਨੇ ਆ ਕਿਹਾ ਸੀ ਵੀ ਇਨਹੀ ਕੀ ਕਿਰਪਾ ਸੇ ਸਜੇ ਹਮ, ਠੀਕ ਹੈ ਨਾ। ਸੋ ਇਸ ਕਰਕੇ ਔਰ ਉਨਹੀ ਕੀ ਕਿਰਪਾ ਤੇ ਫਿਰ ਰਾਜ ਸਜਿਆ। ਬਿਲਕੁਲ, ਜੇ ਪੰਜਾਬ ਦੇ ਵਿੱਚ ਦੇਖੋ ਤਾਂ ਪੰਜਾਬ ਦੇ ਵਿੱਚ ਉਸੇ ਕਿਸਾਨੀ ਨੇ ਫਿਰ ਜਿਹੜਾ ਹੈਗਾ ਇਹ ਸਿੱਖ ਰਾਜ ਕਹਿ ਲਓ ਜਾਂ ਪੰਜਾਬੀ ਰਾਜ ਕਹਿ ਲਓ, ਜਿਹੜਾ ਉਸੇ ਕਿਸਾਨੀ ਨੇ ਜਿਹੜੀ ਰੀੜ੍ਹ ਦੀ ਹੱਡੀ ਬਣੀ ਉਸ ਮੂਵਮੈਂਟ ਦੀ, ਉਹ ਕਿਸਾਨੀ ਬਣੀ ਜਿਹੜੀ ਕਿਸਾਨੀ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸਿੱਖ ਮੂਵਮੈਂਟ। ਤੁਹਾਡੇ ਵਿਚਾਰ ਵੀ ਹੁਣ ਬਦਲੇ ਹੋਏ। ਅੱਜ ਤੋਂ 15 ਸਾਲ ਪਹਿਲਾਂ ਦੀਆਂ ਮੈਂ ਇੰਟਰਵਿਊਜ਼ ਕੱਢ ਕੇ ਦੇਖਦਾ, ਉਦੋਂ ਬਾਰ-ਬਾਰ ਤੁਸੀਂ ਕਹਿੰਦੇ ਮੈਂ ਸਿੱਖ ਹਿਸਟਰੀ ਦਾ ਪ੍ਰੋਫੈਸਰ ਹਾਂ, ਮੈਂ ਸਿੱਖ ਹਿਸਟਰੀ ਪੜ੍ਹਾਉਣਾ, ਮੈਂ ਸਿੱਖਾਂ ਨੇ ਐਂ ਕੀਤਾ, ਸਿੱਖਾਂ ਦੀਆਂ ਮਿਸਲਾਂ। ਹੁਣ ਤੁਸੀਂ ਪੰਜਾਬੀ ਸ਼ਬਦ ਜ਼ਿਆਦਾ ਵਰਤ ਰਹੇ। ਤਿੰਨ ਸਾਹਿਬ ਦੇਖੋ, ਮੈਂ ਤਾਂ ਵਿਚਾਰ ਬਦਲਦੇ ਰਹੇ। ਇੱਕ ਤਾਂ ਤੁਹਾਡੀ ਗੱਲ ਠੀਕ ਹੈ, ਵਿਚਾਰ ਤਾਂ ਬਦਲਦੇ ਹੈਗੇ ਆ, ਪਰ ਉਸ ਵੇਲੇ ਵੀ ਜਿਹੜੇ ਆ ਸਿੱਖ ਪੰਜਾਬ ਦਾ ਹਿੱਸਾ ਸੀ। ਉਸ ਵੇਲੇ ਵੀ ਸਿੱਖ ਪੰਜਾਬ ਦੇ ਪੰਜਾਬੀ ਤਾਂ ਸੀਗੇ ਜਾ ਕੇ ਉਹਦੇ ਵਿੱਚ ਜਾ ਕੇ। ਬਾਕੀ ਜਿਹੜੇ ਇਹ ਗੱਲ ਤੁਹਾਡੀ ਠੀਕ ਹੈ, ਵਿਚਾਰ ਤਾਂ ਬਦਲਦੇ। ਹੁਣ ਮੈਂ ਸ਼ੋਰ ਨਹੀਂ ਹੈ ਵੀ ਜਿਹੜੇ ਅੱਜ ਇਹ ਵਿਚਾਰ ਆ ਇਹ ਵੀ ਕੀ ਪਤਾ ਰਹਿਣੇ ਕਿ ਨਹੀਂ ਰਹਿਣੇ। ਅੱਜ ਮੈਨੂੰ ਲੱਗਦਾ ਵੀ ਮੇਰੇ ਵਿਚਾਰ ਇੱਦਾਂ ਹੈਗੇ। ਸੋ ਇਸ ਗੱਲ ਕਰਕੇ ਆਪਾਂ ਹਰ ਪ੍ਰੋਗਰਾਮ ਦੇ ਵਿੱਚ ਮੈਂ ਇਹੀ ਗੱਲ ਕਹਿੰਦੇ ਹਾਂ ਨਾ ਵੀ ਜਿਹੜੇ ਵੀ ਸੁਣਨ ਵਾਲੇ ਹੈਗੇ, ਗੱਲ ਸੁਣ ਲਓ, ਸੁਣ ਕੇ ਵਿਚਾਰੋ। ਜੇ ਮਨ ਨੂੰ ਲੱਗਦੀ ਹੈ ਤਾਂ ਐਕਸੈਪਟ ਕਰੋ, ਜੇ ਮਨ ਨੂੰ ਨਹੀਂ ਲੱਗਦੀ ਹੈਗੀ ਆ ਤਾਂ ਜਸਟ ਇਗਨੋਰ ਇਟ। ਕੋਈ ਇੱਦਾਂ ਨਹੀਂ ਹੈ ਜਾ ਕੇ ਵੀ ਇਹ ਗੱਲ ਕਹਿਤੀ ਹੁਣ ਮੈਨੇ। ਪਰ ਮੈਂ ਜੋ ਹਿਸਟਰੀ ਨੂੰ ਸਮਝਿਆ ਜਾਂ ਜੋ ਮੈਂ ਸਮਝਦਾ ਹਿਸਟਰੀ ਨੂੰ ਜਾ ਕੇ, ਤਾਂ ਉਹ ਜਿਹੜੀ ਹਿਸਟਰੀ ਹੈ ਇਹ ਪੰਜਾਬੀਆਂ ਦੀ ਹਿਸਟਰੀ ਆ। ਇਹ ਇੱਦਾਂ ਹਿਸਟਰੀ ਨਹੀਂ ਹੋਈ ਉਸ ਸਮੇਂ ਜਾ ਕੇ ਵੀ ਇੱਕ ਜ਼ਾਤ ਦੀ ਹਿਸਟਰੀ ਨਹੀਂ ਹੈ। ਦੂਜੇ ਮੈਂ ਇਹ ਵੀ ਕਈ ਵਾਰ ਇੱਕ ਗੱਲ ਕਹਿ ਚੁੱਕਾ ਵੀ ਬਾਅਦ 'ਚ ਕਹਿ ਲਿਓ, ਜੇ ਕਿਸੇ ਨੇ ਕੀਤਾ, ਤੁਸੀਂ ਕਹਿੰਦੇ ਮੁਸਲਮਾਨ ਨੇ ਮਾਰ ਦਿੱਤੇ, ਇੱਦਾਂ ਨਾ ਕਹੋ ਵੀ ਮੁਸਲਮਾਨ ਨੇ, ਕਹੋ ਬੈਡ ਮੈਨ ਨੇ ਮਾਰ ਦਿੱਤੇ, ਮਾੜੇ ਬੰਦਿਆਂ ਨੇ ਉਹ ਕੰਮ ਕੀਤੇ ਆ। ਸਾਰੀ ਕਮਿਊਨਿਟੀਜ਼ 'ਚ, ਸਾਰੇ ਕਮਿਊਨਿਟੀ ਗੁੱਡ ਪੀਪਲ ਵੀ ਆ, ਬੈਡ ਕਮਿਊਨਿਟੀ। ਇੱਦਾਂ ਨਹੀਂ ਹੈ ਵੀ ਇਹ ਸਾਰੇ ਹੀ ਮਾੜੇ ਆ ਤੇ ਇਹ ਸਾਰੇ ਹੀ ਚੰਗੇ ਆ। ਹੁਣ ਜਿੱਥੇ ਆਪਾਂ ਕਹਿੰਦੇ ਆ ਜਾ ਕੇ ਵੀ ਮੁਸਲਮਾਨ ਵਜ਼ੀਰ ਖਾਂ ਵਰਗਿਆਂ ਨੇ ਜ਼ੁਲਮ ਕੀਤੇ ਆ, ਉੱਥੇ ਪੀਰ ਬੁੱਧੂ ਸ਼ਾਹ ਵਰਗਿਆਂ ਨੇ ਮਦਦ ਵੀ ਕੀਤੀ, ਨਬੀ ਖਾਂ ਔਰ ਗਨੀ ਖਾਂ ਨੇ ਮਦਦ ਵੀ ਕੀਤੀ ਹੈ। ਸੋ ਸੁਸਾਇਟੀ ਨੂੰ ਜਾਂ ਸਮਾਜ ਨੂੰ ਜਾਂ ਮੁਆਸ਼ਰੇ ਨੂੰ ਜੇ ਵੰਡਣਾ ਆ ਤਾਂ ਇੱਦਾਂ ਵੰਡੀਏ, ਚੰਗੇ ਬੰਦੇ, ਮਾੜੇ ਬੰਦੇ, ਗੁੱਡ ਪੀਪਲ, ਬੈਡ ਗਾਇਜ਼, ਗੁੱਡ ਗਾਇਜ਼, ਬੈਡ ਗਾਇਜ਼, ਇੱਦਾਂ ਉਹ ਸਾਰਿਆਂ ਦੇ ਵਿੱਚ। ਫਿਰ ਆਪਾਂ ਮੇਰਾ ਖਿਆਲ ਬੈਲੈਂਸ ਰਹਾਂਗੇ। ਜੇ ਆਪਾਂ ਇਹ ਰਹੀਏ ਜਾ ਕੇ ਬਈ ਜੀ ਇਹ ਸਾਰੇ ਹੀ ਮਾੜੇ ਆ, ਇਹ ਸਾਰੇ ਚੰਗੇ ਆ, ਇੱਦਾਂ ਹੁੰਦੀ ਨਹੀਂ ਹੈ। ਇੱਕ ਸਵਾਲ ਮੇਰੇ ਮਨ 'ਚ ਆਈ ਜਾਂਦਾ ਵੀ ਜਿਹੜੀ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ, ਕਿਸਾਨ ਜੱਦੋ ਜਹਿਦ ਦੀ ਗੱਲ ਕਰਦੇ ਹੋ, ਹੁਣ ਤਾਂ ਫਿਰ ਹਿਸਟਰੀ ਉਹ ਰਿਪੀਟ ਹੋ ਰਹੀ ਹੈ। ਬਸ ਮੌਜੂਦਾ ਹਾਲਾਤ ਜੇ ਦੇਖਦੇ ਹਾਂ, ਜੋ ਕਿਸਾਨਾਂ ਨਾਲ ਹੁੰਦਾ ਰਿਹਾ ਪਹਿਲਾਂ ਵੀ, ਹੁਣ ਇਹ ਤੁਹਾਨੂੰ ਲੱਗਦਾ ਨਹੀਂ ਗਾ ਕਿ ਜੇ ਤੁਸੀਂ ਹਿਸਟਰੀ ਦੇ ਪ੍ਰੋਫੈਸਰ ਹੋ ਵੀ ਹਿਸਟਰੀ ਰਿਪੀਟ ਹੋ ਰਹੀ ਹੈ?
ਦੇਖੋ ਹਿਸਟਰੀ ਦਾ ਵਿਕਾਸ ਵੀ ਹੁੰਦਾ, ਹਿਸਟਰੀ ਰਿਪੀਟ ਵੀ ਹੁੰਦੀ ਹੈ, ਇਹਦੇ 'ਚ ਕੋਈ ਗੱਲ ਨਹੀਂ ਹੈ। ਬਾਕੀ ਆਪਾਂ ਜਿਹੜਾ ਹੈਗਾ ਇਹਨਾਂ ਪ੍ਰੋਗਰਾਮਾਂ ਵਿੱਚ ਕਰੰਟ ਮਸਲੇ ਦੇ ਉੱਤੇ ਗੱਲ ਤਾਂ ਘੱਟ ਕਰਦੇ ਨਹੀਂ ਹੈਗਾ ਜਾ ਕੇ। ਬਾਕੀ ਜੇ ਉੱਦਾਂ ਮੈਂ ਤੁਹਾਨੂੰ ਕਹਾਂਗਾ ਉਦੋਂ ਤੁਹਾਡੀ ਗੱਲ ਠੀਕ ਹੈ, ਠੀਕ ਹੈ ਜਿਹੜੀ ਹੋ ਰਹੀ ਹੈ ਹੋ ਇਹ ਰਿਹਾ। ਬਹੁਤ ਕੁਛ ਮਿਲਦਾ ਜੁਲਦਾ ਹੈ, ਬਹੁਤ ਕੁਛ ਮਿਲਦਾ ਜੁਲਦਾ ਹੈ ਜਾ ਕੇ। ਉਹ ਜਿਹੜਾ 18ਵੀਂ ਸਦੀ ਦਾ ਸੰਘਰਸ਼ ਸੀਗਾ, ਉਸ ਸੰਘਰਸ਼ ਦੇ ਨਾਲ ਕਿੰਨੀ ਰਿਜ਼ੈਂਬਲੈਂਸ ਹੈ, ਬਹੁਤ ਰਿਜ਼ੈਂਬਲੈਂਸ ਆ, ਔਰ ਬਹੁਤ ਕੁਛ ਉੱਦਾਂ ਹੀ ਚੱਲ ਰਿਹਾ ਜਿੱਦਾਂ ਉਹ ਚੱਲਦਾ ਹੁੰਦਾ ਸੀ। ਵੈਸੇ ਬਹੁਤ ਮਿਹਰਬਾਨੀ, ਥੈਂਕ ਯੂ, ਸ਼ੁਕਰੀਆ, ਥੈਂਕ ਯੂ ਜੀ। Red FM